ਲਓ ਜੀ, ਪੰਜਾਬ ਤੇ ਪੈ ਗਈ ਜੇ ਇੱਕ ਹੋਰ ਵਿੱਚ। ਆਪਣੀਆਂ ਕਰਜ਼ੇ ਦੀ ਲਿਮਟ 39,000 ਕਰੋੜ ਦੀ 37-38 ਆਪਾਂ ਲੈ ਹੀ ਲੈਨੇ ਆ, ਔਰ ਉਹਦੇ ਵਿੱਚੋਂ ਆਪਾਂ ਕੋਈ 20,000 21,000 ਕਰੋੜ ਅਕਸਰ ਵਿਆਜ ਮੋੜਦੇ ਆ, ਤੇ ਮੂਲ ਵੀ ਆਪਾਂ ਕੋਈ 18,000 16 ਤੋਂ 17,000 ਕਰੋੜ ਆਪਾਂ ਉਹਦੇ ਚੋਂ ਮੂਲ ਦਿੰਨੇ। ਮਤਲਬ ਜਿਹੜੇ ਆਪਾਂ ਕਰਜ਼ੇ ਚੁੱਕੇ ਹੋਏ ਆ, ਉਹ ਕਰਜ਼ੇ ਮੋੜਨ ਲਈ ਆਪਾਂ ਹੋਰ ਕਰਜ਼ਾ ਲੈਨੇ ਆ। ਆਪਾਂ ਕਿਹੜਾ ਕੋਈ ਇਨਫਰਾਸਟ੍ਰਕਚਰ ਬਣਾਉਣਾ ਹੈ, ਆਪਾਂ ਕਿਹੜਾ ਸਟੇਟ ਦਾ ਵਿਕਾਸ ਕਰਨਾ ਹੈ। ਔਰ ਇਹ ਸਰਕਾਰ ਨਹੀਂ, ਇਸ ਤੋਂ ਪਹਿਲੀਆਂ ਵੀ ਇੰਝ ਹੀ ਕਰਦੀਆਂ ਆਈਆਂ। ਹੁਣ ਕੇਂਦਰ ਨੇ ਸਾਡੇ 39,000 ਕਰੋੜ ਦੀ ਲਿਮਟ ਨੂੰ ਘਟਾ ਕੇ ਕਰ ਦਿੱਤਾ ਜੇ 21,000 ਕਰੋੜ ਦੀ। ਉਹਨਾਂ ਨੇ 18,000 ਕਰੋੜ ਦੀ ਲਾਤੀ ਕਟੌਤੀ। ਮਤਲਬ ਕੇਂਦਰ ਹੁਣ ਸਾਡੇ ਕਰਜ਼ੇ ਨੂੰ ਬ੍ਰੇਕ ਲਾ ਰਿਹਾ। ਵੇਖੋ ਲਾ ਕਿਵੇਂ ਰਿਹਾ। ਜਿੰਨਾ ਪਹਿਲੇ ਕਰਜ਼ਿਆਂ ਦਾ ਵਿਆਜ ਮੁੜਦਾ 21,000 ਕਰੋੜ, ਇੰਨਾ ਕੁ ਨਾ ਰਹਿਣ ਦਿੱਤਾ। ਕਹਿੰਦੇ ਜੀਂਦੇ ਰਹੋ, ਮਰਨ ਨਹੀਂ ਦੇਣਾ, ਪਰ ਜੀਣ ਜੋਗੇ ਵੀ ਨਹੀਂ ਕਰਨਾ। ਪਰ ਕਿੰਨੀ ਦੇਰ ਕਰਜ਼ਿਆਂ ਦੇ ਉੱਤੇ ਜੀਣਾ, ਸਵਾਲ ਇਹ ਵੀ ਹੈ। ਹੁਣ ਸਵਾਲ ਸਟੇਟ ਦਾ ਕਿਦਾਂ ਸਰੇ, ਇਹਦੇ ਉੱਤੇ ਗੱਲ ਕਰਦੇ ਆ। ਦੂਜਾ ਮਾਮਲਾ ਵੀ ਬਹੁਤ ਦਿਲਚਸਪ ਹੈ। ਦਿਲਚਸਪ ਮੈਂ ਇਸ ਕਰਕੇ ਕਹਿ ਰਿਹਾ ਵੀ ਸਰਕਾਰ ਗਈ ਚੰਨੀ ਸਾਹਿਬ ਦੀ ਤੇ ਭਗਵੰਤ ਮਾਨ ਦੀ ਆ ਗਈ। ਚੰਨੀ ਸਾਹਿਬ ਨੇ ਵੀ ਆਪਣੇ 3 ਮਹੀਨਿਆਂ 'ਚ ਕਮੇਡੀਅਨ ਟਾਈਪ ਹੀ ਪੋਲਿਟਿਕਸ ਕੀਤੀ ਸੀ। ਕਦੇ ਬੱਕਰੀ ਚੋਲੀ, ਕਦੇ ਬੱਕਰੀ ਫੜ ਲਈ, ਕਦੇ ਮੰਜੇ ਬੁਣ ਲਏ, ਕਦੇ ਰਾਹ 'ਚ ਬਹਿ ਕੇ ਇੰਟਰਵਿਊ ਦਿੱਤੀ। ਸਾਰਾ ਕੁਝ ਉਹਨਾਂ ਕੀਤਾ। ਉਹ ਪਹੁੰਚ ਗਏ ਅਮਰੀਕਾ। ਪਤਾ ਲੱਗਿਆ ਉਹ ਖੋਜ 'ਚ ਰੁੱਝਿਆ। ਹੁਣ ਉਹਨਾਂ ਦੀ ਖੋਜ ਦੇ ਨਤੀਜੇ ਆਏ ਆ। ਉਹ ਕਹਿੰਦੇ ਕਾਂਗਰਸ ਨੂੰ ਖਾ ਗਈ ਚਮਚਿਆਂ ਕੜਛਿਆਂ ਦੀ ਜਮਾਤ। ਤੇ ਭਾਸਕਰ ਸਾਹਿਬ ਹੱਸਦੇ ਸੀ, ਕਹਿੰਦੇ ਪਹਿਲੇ ਪੈਰੇ 'ਚ ਹੀ ਲਿਖਿਆ ਖਬਰ ਦੇ ਵੀ ਗਾਂਧੀ ਪਰਿਵਾਰ ਨੇ ਤੇ ਬੜਾ ਜ਼ੋਰ ਲਾਇਆ ਚਮਚਿਆਂ ਕੜਛਿਆਂ ਤੋਂ ਬਚਾਅ ਕੀਤਾ ਜਾਵੇ ਜਾਂ ਬਚਾਅ ਕਰਨ ਲਈ ਬੜਾ ਜ਼ੋਰ ਲਾਇਆ। ਆਖੇ ਪਹਿਲੇ ਪੈਰੇ ਦੇ ਵਿੱਚ ਹੀ ਚਮਚਾਗਿਰੀ ਕਰ ਲਈ। ਖੈਰ ਆਪਾਂ ਇਹਦੇ ਤੇ ਜਾਂਦੇ ਆ। ਚਲੋ ਆਪਾਂ ਅੱਗੇ ਵਧਦੇ ਆ। ਨਵਜੋਤ ਸਿੰਘ ਸਿੱਧੂ ਦੀ ਸਿਕਿਉਰਿਟੀ ਨੂੰ ਐਡਰੈਸ ਕੀਤਾ ਗਿਆ ਪ੍ਰੋਪਰ ਸਟੇਟ ਸਬਜੈਕਟ ਕਹਿ ਕੇ। ਸਟੇਟ ਨੂੰ ਕਿਹਾ ਗਿਆ ਕਿ ਇੱਥੇ ਢੁਕਵਾਂ ਫੈਸਲਾ ਲਓ। ਲੇਕਿਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹੀ ਜਿਸ ਤਰੀਕੇ ਦੀਆਂ ਟਿੱਪਣੀਆਂ ਚੱਲ ਰਹੀਆਂ ਨੇ, ਉਹ ਵੀ ਬੜੀਆਂ ਦਿਲਚਸਪ ਨੇ ਕਿ ਆਖਰ ਸਾਡੇ ਕਿਰਦਾਰ ਤੇ ਸਾਡੇ ਕੰਮ ਕਰਨ ਦੇ ਤਰੀਕੇ ਜਿਹੜੇ ਆ ਤੇ ਸਾਡੀ ਕਹਿਣੀ ਕਰਨੀ ਦੇ ਵਿੱਚ ਫਰਕ ਕਿੰਨਾ ਹੈ। ਤੇ ਇਸੇ ਤਰ੍ਹਾਂ ਜਾਖੜ ਜਿਹੜੇ ਕਿ ਵੱਡੇ ਲੀਡਰ ਨੇ ਭਾਜਪਾ ਦੇ, ਉਹਨਾਂ ਦੇ ਭਤੀਜੇ ਨੇ ਸੰਦੀਪ ਜਾਖੜ, ਅਬੋਹਰ ਤੋਂ ਆਉਂਦੇ ਨੇ, ਐਮਐਲਏ ਨੇ, ਕਾਂਗਰਸ ਦੇ ਨੇ। ਉਹਨਾਂ ਦੇ ਕਾਂਗਰਸ ਪ੍ਰਧਾਨ ਨਾਲ ਟਵੀਟੋ ਟਵੀਟੀ ਜੰਗ ਛਿੜੀ ਹੋਈ ਹੈ। ਗੱਲ ਇਹ ਤਾਂ ਕਰਨੀ ਬਣਦੀ ਆ ਜਦੋਂ ਸਿਕਿਉਰਿਟੀ ਦੀ ਗੱਲ ਹੋ ਰਹੀ ਆ। ਭਗਵੰਤ ਮਾਨ ਨੇ Z+ ਛੱਡੀ ਹੈ। ਗਜੇਂਦਰ ਸਿੰਘ ਸ਼ੇਖਾਵਤ ਕੇਂਦਰੀ ਮੰਤਰੀ ਨੇ, ਪੰਜਾਬ ਦੇ ਨਾਲ ਸਰੋਕਾਰ ਰੱਖਦੇ ਨੇ। ਉਹ ਕਹਿੰਦੇ ਵੀ ਇਹ Z+ ਤੇ ਬਹਿਸ ਕਿਉਂ, ਤੁਸੀਂ ਪੰਜਾਬ ਦੀ ਸਿਕਿਉਰਿਟੀ ਦਾ ਫਿਕਰ ਕਰੋ, ਇੱਥੋਂ ਦੇ ਲੋਕਾਂ ਦੀ ਸੁਰੱਖਿਆ ਦਾ ਫਿਕਰ ਕਰੋ। ਵੈਸੇ ਦੇਸ਼ ਧਰੋਹ ਕਾਨੂੰਨ ਦੇ ਉੱਤੇ ਲਾਅ ਕਮਿਸ਼ਨ ਨੇ ਕੁਝ ਆਪਣੀਆਂ ਟਿੱਪਣੀਆਂ ਦਿੱਤੀਆਂ ਨੇ, ਕੁਝ ਸੁਜੈਸ਼ਨ ਦਿੱਤੇ ਨੇ, ਕੁਝ ਸੁਝਾਅ ਦਿੱਤੇ ਨੇ, ਕੁਝ ਰਿਕਮੈਂਡੇਸ਼ਨਸ ਨੇ। ਇਹ ਸੁਪਰੀਮ ਕੋਰਟ ਨੇ ਰੋਕਿਆ ਹੋਇਆ ਸੀ ਸੈਡੀਸ਼ਨ। ਉਹਨਾਂ ਨੇ ਕਿਹਾ ਕਿ ਲਾਗੂ ਰੱਖਣਾ ਚਾਹੀਦਾ। ਇਹਦੇ 'ਚ ਕੁਝ ਸੋਧਾਂ ਦਾ ਜ਼ਿਕਰ ਕਰਦੇ ਆ। ਰਾਜਜੀਤ ਸਿੰਘ ਬਰਖਾਸਤ AIG, ਉਹਨਾਂ ਦੀ ਪਟੀਸ਼ਨ ਨੂੰ ਹਾਈ ਕੋਰਟ ਨੇ ਐਂਟਰਟੇਨ ਬਿਲਕੁਲ ਨਹੀਂ ਕੀਤਾ। ਤੇ ਨਾਲ ਹੀ ਆਖਰੀ ਮਾਮਲਾ ਭਰਤਿੰਦਰ ਸਿੰਘ ਚਾਹਲ, ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਕਰੀਬੀ ਤੇ ਸਭ ਤੋਂ ਵੱਧ ਚਰਚਿਤ ਬੀਤੇ ਸਮਿਆਂ ਦਾ ਇਹ ਚਿਹਰਾ, ਉਹਨੂੰ ਰਾਹਤ ਮਿਲੀ ਆ ਕਿ ਨਹੀਂ ਮਿਲੀ ਆ। ਹਾਈ ਕੋਰਟ ਦੇ ਵਿੱਚ ਇੱਕ ਫੈਸਲਾ ਹੋਇਆ। ਇਹ ਸਾਰੀਆਂ ਗੱਲਾਂ ਕਰਦੇ ਆ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਜਦੋਂ ਇਕਨੋਮੀ ਦੀ ਗੱਲ ਕਰਦੇ ਆ ਤਾਂ ਮੇਰੇ ਵਰਗੇ ਝੁੱਡੂਆਂ ਨੂੰ ਇਹਦਾ ਕੱਖ ਨਹੀਂ ਪਤਾ, ਇਹਦੀ ABC ਨਹੀਂ ਆਉਂਦੀ, ਅਲਫ ਬੇ ਨਹੀਂ ਪਤਾ। ਗੱਲ ਖੋਲ ਕੇ ਸਮਝਾਓ ਮੈਨੂੰ ਕਿ ਕੇਂਦਰ ਜਦੋਂ ਸਾਡਾ 18,000 ਕਰੋੜ ਦੇ ਕਰਜ਼ੇ ਦੀ ਲਿਮਟ ਜਿਹੜੀ ਕਰਜ਼ੇ ਦੀ ਸਾਡੀ ਲਿਮਟ ਆ, ਉਹਦੇ ਵਿੱਚ ਸਾਨੂੰ ਲਿਮਟ ਕਰ ਦਿੰਦਾ ਹੈ। ਉਹ 18,000 ਕਰੋੜ ਰੁਪਏ ਦੀ ਕਟੌਤੀ ਕਰ ਦਿੰਦਾ ਹੈ। ਇਹ ਸਾਡਾ ਹੱਕ ਮਾਰ ਲਿਆ ਉਹਨੇ, ਸਾਡੇ ਤੇ ਕਰਮ ਕਰਤਾ ਹੈ। ਜਾਂ ਕੇਂਦਰ ਪੰਜਾਬ ਨੂੰ ਜੂਝਦਿਆਂ ਵੇਖਣਾ ਚਾਹੁੰਦਾ ਹੈ ਕਿ ਇਕਨੋਮੀ ਦੇ ਖੇਤਰ 'ਚ ਆਰਥਿਕਤਾ ਦੇ ਨਜ਼ਰੀਏ ਤੋਂ ਲੜ ਕੇ ਵਿਖਾਓ, ਫੈਸਲੇ ਤੁਸੀਂ ਕੋਈ ਕਰਨੇ ਨਹੀਂ ਤੇ ਫਿਰ ਕਰਜ਼ੇ ਤੋਂ ਬਿਨਾਂ ਦਿਖਾਓ। ਫਿਰ ਪੰਜਾਬ ਕੋਲ ਹੁਣ ਦੂਜੇ ਬਦਲ ਕੀ ਬਚਦੇ ਆ? ਇਹ ਬਹੁਤ ਹੀ ਚਿੰਤਾ ਵਾਲੀ ਖਬਰ ਹੈ ਜਿਹੜੀ, ਮਤਲਬ ਜੇ ਮੈਂ ਪੰਜਾਬ ਦੇ ਪਹਿਲੂ ਤੋਂ ਗੱਲ ਕਰਾਂ ਤੇ ਪੰਜਾਬ ਦੇ ਪਹਿਲੂ ਤੋਂ ਬਹੁਤ ਚਿੰਤਾ ਵਾਲੀ ਖਬਰ ਹੈ ਕਿ ਕੇਂਦਰ ਸਰਕਾਰ ਨੇ 18,000 ਕਰੋੜ ਰੁਪਏ ਦੀ ਜਿਹੜੀ ਕਟੌਤੀ ਲਗਾਈ ਹੈ, ਉਹ ਤੋਂ ਬਾਅਦ ਮਤਲਬ ਪੰਜਾਬ ਦੇ ਖਰਚੇ ਚੱਲਣਗੇ ਕਿਵੇਂ? ਦੋ ਚੀਜ਼ਾਂ ਹੈ ਇਹਦੇ ਵਿੱਚ, ਦੋ ਪਹਿਲੂ ਨੇ। ਇੱਕ ਤਾਂ ਇਹ ਕਿ ਕੇਂਦਰ ਸਰਕਾਰ ਨੇ ਜਿਹੜੀ ਇਹ ਕਟੌਤੀ ਲਗਾਈ ਹੈ, ਉਹਨਾਂ ਨੇ ਕਿਹਾ ਵੀ ਜਿਹੜਾ ਜ਼ਿਆਦਾਤਰ ਕਰਜ਼ਾ ਅਸੀਂ ਤੁਹਾਨੂੰ ਦਿੰਨੇ ਆ ਉਹ ਕੈਪੀਟਲ ਐਕਸਪੈਂਡੀਚਰ ਵਾਸਤੇ ਦਿੰਨੇ ਆ, ਵੀ ਤਾਂ ਕਿ ਤੁਸੀਂ ਸੜਕਾਂ ਬਣਾਓ, ਪੁਲ ਬਣਾਓ,
ਹੋਰ ਇਮਾਰਤਾਂ ਖੜੀਆਂ ਕਰੋ, ਇਹ ਸਭ ਚੀਜ਼ਾਂ ਕਰੋ। ਪਰ ਇਹ ਕਰਨ ਦੀ ਬਜਾਏ ਤੁਸੀਂ ਤਾਂ ਇਹਨੂੰ ਮਤਲਬ ਵੰਡੀ ਜਾ ਰਹੇ ਹੋ। ਜਿਸ ਤਰ੍ਹਾਂ ਸਪੋਜ਼ ਕਰੋ ਕਿ ਅਸੀਂ ਹੁਣੀ ਪਿੱਛੇ ਜੇ ਗੱਲ ਕੀਤੀ ਸੀਐਮ ਸਾਹਿਬ ਨੇ ਕਿ ਜੀ 20,200 ਕਰੋੜ ਰੁਪਏ ਦੀ ਅਸੀਂ ਸਬਸਿਡੀ ਦੇਤੀ, ਇੱਕ ਪੈਸਾ ਵੀ ਮਤਲਬ ਇਸ ਸਾਲ ਦਾ ਯਾਨੀ ਕਿ ਜਿਹੜਾ ਲਾਸਟ ਈਅਰ ਦਾ ਹੈਗਾ ਉਹ ਅਸੀਂ ਸਬਸਿਡੀ ਦਾ ਰੋਕਿਆ ਨਹੀਂ। ਇਸੇ ਤਰ੍ਹਾਂ ਹੀ ਬੱਸਾਂ ਵਿੱਚ ਮਹਿਲਾਵਾਂ ਫ੍ਰੀ, ਜਿਹੜੀਆਂ ਸਮਾਜਿਕ ਸੁਰੱਖਿਆਵਾਂ ਪੈਨਸ਼ਨਾਂ ਨੇ ਉਹ ਵਧਾਤੀਆਂ। ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਅਸੀਂ ਬਹੁਤ ਖਰਚ ਕਰ ਰਹੇ ਹਾਂ। ਕਿਸਾਨਾਂ ਦੀ ਬਿਜਲੀ ਫ੍ਰੀ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਅਗਰ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਦੇਖੋਗੇ ਤਾਂ ਇਹਦੇ ਨਾਲ ਕੋਈ ਵੀ ਰੈਵਨਿਊ ਵਾਪਸ ਨਹੀਂ ਆਉਂਦਾ। ਮਤਲਬ ਕਿ ਕੋਈ ਟੈਕਸ ਰੈਵਨਿਊ ਸਾਡੇ ਕੋਲ ਆਮਦਨ ਦੇ ਰੂਪ ਚ ਵਾਪਸ ਨਹੀਂ ਆਉਂਦਾ। ਉਹ ਕਹਿ ਰਿਹਾ ਵੀ ਜੇ ਤੁਸੀਂ ਇਸ ਤਰ੍ਹਾਂ ਫ੍ਰੀ ਬੀਜ਼ ਹੀ ਕਰਨੀਆਂ ਨੇ, ਤੁਹਾਨੂੰ ਯਾਦ ਹੋਗਾ ਜਿਹੜੀ ਹੁਣ ਪਿੱਛੇ ਜੇ ਮੀਟਿੰਗ ਹੋਈ ਸੀਗੀ ਨੀਤੀ ਆਯੋਗ ਦੀ, ਉਹ ਚ ਸਾਰੇ ਚੀਫ ਮਿਨਿਸਟਰ ਗਏ ਸੀ ਸਿਵਾਏ ਜਿਹੜੇ 10-11 ਨਾਨ ਬੀਜੇਪੀ ਸਟੇਟਸ ਹੈਗੀਆਂ ਉਹਨਾਂ ਨੂੰ ਛੋੜ ਕੇ। ਉਹਦੇ ਵਿੱਚ ਵੀ ਪ੍ਰਧਾਨ ਮੰਤਰੀ ਨੇ ਇੱਕ ਇਹ ਗੱਲ ਕਹੀ ਸੀਗੀ ਕਿ ਜਿਹੜੀ ਤੁਸੀਂ ਇਹ ਚੀਜ਼ਾਂ ਕਰਦੇ ਹੋ ਨਾ, ਜੋ ਵੀ ਤੁਸੀਂ ਅਨਾਉਂਸਮੈਂਟਸ ਕਰਦੇ ਹੋ, ਉਹ ਤੁਸੀਂ ਆਪਣੀ ਵਿੱਤੀ ਸਥਿਤੀ ਦੇਖ ਕੇ ਕਰੋ। ਇਹ ਨਹੀਂ ਕਿ ਕਰਜ਼ਾ ਲੈ ਲੈ ਕੇ ਕਰੀ ਜਾਓ। ਅੱਜ ਦੀ ਡੇਟ 'ਚ ਹੁਣ 6 ਸਟੇਟਾਂ ਹੈਗੀਆਂ ਨੇ ਜਿਹੜੀਆਂ ਪੁਰਾਣੀ ਪੈਨਸ਼ਨ ਜਿਹੜੀ ਹੈਗੀ ਆ ਉਹ ਲਾਗੂ ਕਰਨ ਲਈ ਬੇਤਾਬ ਨੇ ਕਿ ਅਸੀਂ ਫਟਾਫਟ ਕਰ ਦਈਏ। ਤਾਂ ਉਹਨਾਂ ਸਟੇਟਾਂ ਦਾ ਹੀ ਇਹਨਾਂ ਨੇ ਕਟੌਤੀ ਕੀਤੀ ਹੈ, ਜਿਹੜੀਆਂ ਖਾਸ ਤੌਰ ਤੇ ਜਿਵੇਂ 5500 ਕਰੋੜ ਰੁਪਏ ਹਿਮਾਚਲ ਦਾ ਵੀ ਕੱਟਿਆ ਗਿਆ, 18,000 ਕਰੋੜ ਸਾਡਾ ਵੀ ਕੱਟਿਆ ਗਿਆ, ਕੇਰਲਾ ਦਾ ਵੀ ਕੱਟਿਆ ਗਿਆ। ਸੋ ਇਹ ਸਾਰੀਆਂ ਸਟੇਟਾਂ ਉਹ ਨੇ ਜਿਹੜੀਆਂ ਇਸ ਦਿਸ਼ਾ ਵੱਲ ਵੱਧ ਰਹੀਆਂ ਸੀ। ਪਲੱਸ ਇਹ ਸਟੇਟਾਂ ਉਹ ਨੇ ਜਿਨ੍ਹਾਂ ਦੇ ਰੈਵਨਿਊ ਬੜੇ ਘੱਟ ਨੇ ਆਪਣੇ, ਪਰ ਫ੍ਰੀ ਬੀਜ਼ ਬਹੁਤ ਦੇਈ ਜਾਂਦੇ ਨੇ। ਤੋ ਇਹ ਨੂੰ ਕਟੌਤੀ ਕਰਨ ਵਾਸਤੇ ਕੇਂਦਰ ਸਰਕਾਰ ਨੇ ਇੱਕ ਇਹ ਲਗਾਇਆ। ਦੇਖੋ ਇਹ ਲਗਾਤਾਰ ਤੀਜਾ ਜਾਂ ਚੌਥਾ ਝਟਕਾ ਤੁਸੀਂ ਇਹਨੂੰ ਕਹਿ ਸਕਦੇ ਹੋ। ਪਹਿਲਾਂ ਤਾਂ ਜੀਐਸਟੀ ਮੁਆਵਜ਼ਾ ਸਾਡਾ ਬੰਦ ਹੋ ਗਿਆ, ਜਿਹੜਾ ਸਾਨੂੰ 16,000 ਕਰੋੜ ਰੁਪਏ ਸਾਲਾਨਾ ਆਉਂਦੇ ਸੀ। ਉਹ ਬਹੁਤ ਵੱਡਾ ਝਟਕਾ ਸੀ ਸਾਡੇ ਲਈ, ਤੇ ਉਹ ਕਿਉਂਕਿ ਸਾਡੀ ਆਮਦਨ ਦਾ ਵੱਡਾ ਸਰੋਤ। ਦੂਜਾ ਫਿਰ ਜਿਹੜਾ ਇਹਨਾਂ ਨੇ ਸਾਡੀਆਂ ਕਟੌਤੀਆਂ ਕਰਤੀਆਂ ਇਹਦੇ ਵਿੱਚ, ਕੀ ਨਾਮ ਹੈ, ਜਿਹੜੀਆਂ ਸਾਨੂੰ ਗ੍ਰਾਂਟਸ ਮਿਲਦੀਆਂ ਨੇ ਜਾਂ ਸਾਨੂੰ ਯੋਜਨਾਵਾਂ ਚੋਂ ਹਿੱਸਾ ਮਿਲਦਾ ਹੈ, ਉਹਦੇ ਵਿੱਚ ਵੀ ਬਹੁਤ ਕਟੌਤੀ ਹੋਈ ਹੈ। ਇਸ ਜਿਹੜਾ ਕੱਲ ਵਾਲਾ ਫੈਸਲਾ ਹੋਇਆ ਇਹਦੇ ਚ ਵੀ ਸਾਡੀ ਜਿਹੜੀ ਇਨਫਰਾਸਟ੍ਰਕਚਰ ਗ੍ਰਾਂਟ ਸੀਗੀ ਉਹ ਘਟਾਤੀ ਹੈ ਕੋਈ 2,000 ਕਰੋੜ ਰੁਪਏ। ਉਹ ਵੀ ਸਾਨੂੰ ਇੱਕ ਤਰ੍ਹਾਂ ਦਾ ਝਟਕਾ ਹੀ ਹੈ। ਸੋ ਇਸ ਤਰ੍ਹਾਂ ਇਹ ਤੀਸਰਾ ਹੈਗਾ ਜਿਹੜਾ ਹੁਣ ਤੋਂ ਸਾਨੂੰ ਕਰਜ਼ਾ ਵੀ ਲੈਣ ਤੋਂ ਰੋਕਿਆ ਜਾ ਰਿਹਾ ਹੈ। ਸੋ ਮੈਨੂੰ ਇਹ ਲੱਗ ਰਿਹਾ ਹੈ ਕਿ ਇਸ ਹਿਸਾਬ ਨਾਲ ਤਾਂ ਸਾਡਾ ਚੱਲਣਾ ਮੁਸ਼ਕਿਲ ਹੋ ਜਾਏਗਾ। ਪਰ ਮੈਂ ਇੱਥੇ ਨਾਲ ਹੀ ਇਹ ਗੱਲ ਕਰੂੰਗਾ, ਮੈਂ ਸ਼ਾਇਦ ਇੱਕ ਵਾਰੀ ਪਹਿਲਾਂ ਵੀ ਇਸ ਪ੍ਰੋਗਰਾਮ ਇਹਦੇ ਚ ਆਪਾਂ ਨਾ, ਮੈਂ ਤੁਸੀਂ ਆਪਣੀ ਗੱਲ ਯਾਦ ਰੱਖਿਓ, ਉੱਥੋਂ ਹੀ ਸ਼ੁਰੂ ਕਰਿਓ। ਇਹਦੇ ਚ ਮੈਂ ਇੱਕ ਚੀਜ਼ ਐਡ ਕਰਨਾ ਚਾਹੁੰਦਾ ਹੈ ਕਿ ਸਾਡੇ ਦੇਸ਼ ਦੀ ਬਣਤਰ ਜਿਹੜੀ ਹੈ ਉਹ ਰਾਜਾਂ ਦੇ ਸਮੂਹ ਚੋਂ ਆਉਂਦੀ ਆ। ਭਾਰਤ ਗਣਰਾਜ ਹੈ, ਇਹ ਯੂਨੀਅਨ ਆਫ ਸਟੇਟਸ ਹੈਗਾ, ਔਰ ਇਹਦੇ ਵਿੱਚ ਫੈਡਰਲ ਸਟਰਕਚਰ ਦੇ ਆਧਾਰ ਤੇ ਸਾਰੇ ਫੈਸਲੇ ਹੁੰਦੇ ਆ। ਰਾਜਾਂ ਦੇ ਇਖਤਿਆਰਾਤ ਨੇ, ਕੇਂਦਰ ਦੇ ਇਖਤਿਆਰਾਤ ਨੇ ਤੇ ਸਾਂਝੇ ਇਖਤਿਆਰਾਤ ਨੇ। ਹੁਣ ਸਵਾਲ ਇਸ ਗੱਲ ਦਾ ਹੈ ਕਿ ਤੁਸੀਂ ਉਸ ਫੈਡਰਲ ਸਟਰਕਚਰ ਦੀ ਖੂਬਸੂਰਤੀ ਨੂੰ ਕਿਉਂ ਮਾਰਦੇ ਹੋ? ਤੁਸੀਂ ਗੈਰ ਭਾਜਪਾ ਰਾਜਾਂ ਦੇ ਉੱਤੇ ਕਿਉਂ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਉਂਦੇ ਹੋ? ਇਹ ਸਵਾਲ ਤੁਹਾਡੇ ਲਈ ਖੜਾ ਹੋਊਗਾ ਵੱਡਾ। ਵੱਖਰੀ ਗੱਲ ਹੈ ਕਿ 24 ਦੀ ਇਲੈਕਸ਼ਨ ਜਿਹੜੀ ਹੈ ਉਸ ਤੋਂ ਪਹਿਲਾਂ ਪੰਜਾਬ ਦਾ ਜੇ ਆਰਥਿਕ ਸਾਹ ਘੁੱਟਿਆ ਜਾਂਦਾ, ਸੰਘੀ ਘੁੱਟਦੀ ਜਾਂਦੀ ਹੈ, ਤੇ ਇਸ ਸਰਕਾਰ ਨੂੰ ਕਾਫੀ ਔਖਾ ਹੋਊਗਾ ਲੋਕਾਂ ਦੀਆਂ ਜਿਹੜੀਆਂ ਖਾਹਿਸ਼ਾਂ ਨੂੰ ਮੀਟ ਕਰਨਾ। ਪਰ ਕੇਂਦਰ ਪੱਖਪਾਤ ਕਰੇ ਕਿਉਂ? ਹੁਣ ਸਟੇਟ ਨੇ ਕਰਜ਼ ਕਿਵੇਂ ਵਰਤਣਾ, ਕਿਵੇਂ ਨਹੀਂ ਵਰਤਣਾ, ਇਹਦੇ ਕੁਝ ਨੋਰਮਸ ਤਾਂ ਹੋ ਸਕਦੇ। ਕਰਜ਼ ਦੇਣ ਵਾਲੇ ਹਮੇਸ਼ਾ ਭਾਵੇਂ ਬੈਂਕ ਤੋਂ ਲੋਨ ਲਓ ਕਿਤੇ ਵੀ, ਪਰ ਤੁਸੀਂ ਉੱਤੇ ਚੈੱਕ ਰੱਖ ਸਕਦੇ ਹੋ, ਤੁਸੀਂ ਉੱਤੇ ਆਬਜੈਕਟ ਕਰ ਸਕਦੇ ਹੋ, ਤੁਹਾਡੇ ਉੱਤੇ ਆਡਿਟ ਹੁੰਦੇ ਨੇ ਸਾਰੇ, ਉਹਦੇ ਚ ਤੁਸੀਂ ਕਰ ਸਕਦੇ ਹੋ। ਤੁਸੀਂ ਬਿਨਾਂ ਪੁੱਛੇ ਦੱਸੇ ਇਸ ਤਰ੍ਹਾਂ ਕਰੋਗੇ ਤਾਂ ਇਹ ਪੱਖਪਾਤ ਇੰਜ ਲੱਗੂਗਾ ਕਿ ਇਸ ਸਰਹੱਦੀ ਸੂਬੇ ਨਾਲ ਤੁਸੀਂ ਜ਼ਿਆਦਤੀ ਕਰ ਰਹੇ ਹੋ ਬਾਕੀ ਸਰਕਾਰਾਂ ਵਾਂਗ। ਕੀ ਕਹਿੰਦੇ ਹੋ? ਹੁਣ ਅੱਗੇ ਤੁਸੀਂ ਗੱਲ ਆਪਣੀ ਤੋਰ ਦਿਓ। ਰੰਧਾਵਾ ਸਾਹਿਬ, ਇਹੀ 2 ਪੁਆਇੰਟ ਤੇ ਮੈਂ ਆਉਣ ਲੱਗੇ ਸੀ। ਮੈਂ ਜਿਹੜਾ ਤੁਸੀਂ ਕਿਹਾ ਵੀ ਸਟਰਕਚਰ ਜਿਹੜਾ ਖਰਾਬ ਹੋ ਗਿਆ, ਫੈਡਰਲ ਸਟਰਕਚਰ ਜਿਹੜਾ ਖਰਾਬ ਹੋ ਰਿਹਾ, ਉਹ ਚ ਦੇਖੋ 2 ਚੀਜ਼ਾਂ ਹੈਗੀਆਂ ਨੇ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਵੀ ਪੈਸਾ ਇਕੱਠਾ ਹੁੰਦਾ ਹੈ ਉਹ ਸਟੇਟਾਂ ਤੋਂ ਹੀ ਸੈਂਟਰ ਨੂੰ ਇਕੱਠਾ ਹੁੰਦਾ ਹੈ। ਸੈਂਟਰ ਕੋਲੇ ਆਪਣਾ ਕੋਈ ਇਸ ਤਰ੍ਹਾਂ ਦਾ ਮੈਕੈਨਿਜ਼ਮ ਨਹੀਂ ਹੈ ਕਿ ਉਹ ਆਪਣੇ ਤੌਰ ਤੇ, ਜੇ ਤੁਸੀਂ ਨੋਟ ਛਾਪਣ ਦੀ ਗੱਲ ਕਰ ਲਓ ਤਾਂ ਉਹ ਹੋ ਸਕਦਾ ਇੱਕ ਉਹਨਾਂ ਦਾ ਮੈਕੈਨਿਜ਼ਮ ਹੋ। ਅਦਰਵਾਈਜ਼ ਜਿਹੜੀ ਇੱਕ ਰੈਵਨਿਊ ਜਨਰੇਸ਼ਨ ਹੁੰਦੀ ਹੈ ਉਹ ਸਟੇਟਾਂ ਤੋਂ ਹੀ ਹੁੰਦੀ ਹੈ। ਇਸ ਕਰਕੇ ਸਟੇਟਾਂ ਨੂੰ ਮਜ਼ਬੂਤ ਕਰਨਾ ਸੈਂਟਰ ਦੀ ਮਜਬੂਰੀ ਵੀ ਹੁੰਦੀ ਹੈ। ਸੋ ਲੇਕਿਨ ਬਾਰ-ਬਾਰ ਉੱਥੇ ਹੀ ਫੇਰ ਗੱਲ ਆਉਂਦੀ ਹੈ। ਮੈਂ ਤੁਹਾਨੂੰ ਪਹਿਲਾਂ ਸ਼ਾਇਦ ਮੈਂ ਉਹੀ ਕਹਿ ਰਿਹਾ ਸੀ ਕਿ ਇੱਕ ਪ੍ਰੋਗਰਾਮ 'ਚ ਮੈਂ ਤੁਹਾਨੂੰ ਕਿਹਾ ਸੀਗਾ ਕਿ 13ਵੇਂ ਫਾਈਨਾਂਸ ਕਮਿਸ਼ਨ ਨੇ ਪੰਜਾਬ, ਕੇਰਲਾ ਤੇ ਵੈਸਟ ਬੰਗਾਲ 3 ਸਟੇਟਾਂ ਨੂੰ ਕਰਜ਼ ਜਾਲ ਦੇ ਵਿੱਚ ਕਹਿਤਾ ਸੀ ਕਿ ਇਹ ਤਿੰਨੋਂ ਸਟੇਟਾਂ ਜਿਹੜੀਆਂ ਨੇ ਕਰਜ਼ ਜਾਲ ਦੇ ਵਿੱਚ ਫਸ ਗਈਆਂ ਨੇ।
ਹੁਣ ਤੁਸੀਂ ਦੇਖੋ ਵੀ ਉਹ 14ਵੇਂ ਨੇ ਲੇਕਿਨ ਉਹਨੂੰ ਬਾਹਰ ਕਰਤਾ। ਕਿਉਂ? ਕਿਉਂਕਿ ਵੈਸਟ ਬੰਗਾਲ ਔਰ ਕੇਰਲਾ ਦੋਨਾਂ ਸਟੇਟਾਂ ਨੇ ਆਪਣਾ ਜਿਹੜਾ ਕਰਜ਼ ਜਾਲ ਚੋਂ ਬਾਹਰ ਨਿਕਲ ਲਈ ਆਪਣੇ ਤੌਰ ਤੇ ਵੀ ਵਿੱਤੀ ਸੰਸਾਧਨ ਪੈਦਾ ਵੀ ਕੀਤੇ ਔਰ ਜਿਹੜੇ ਖਰਚਿਆਂ 'ਚ ਕਟੌਤੀ ਵੀ ਕੀਤੀ। ਪੰਜਾਬ ਨੇ ਇਸ ਤਰ੍ਹਾਂ ਦਾ ਕੋਈ ਨਹੀਂ ਕੀਤਾ। ਇਸ ਵਾਰੀ ਵੀ ਜਿਹੜੀ ਸਾਨੂੰ 15ਵੇਂ ਫਾਈਨਾਂਸ ਕਮਿਸ਼ਨ ਨੇ ਜਿਹੜੀ ਇੱਕ ਮਤਲਬ ਗ੍ਰਾਂਟਸ ਦਿੰਦੇ ਆ, ਅਸੀਂ ਉਹ ਸਿਰਫ ਉਸ ਗ੍ਰਾਂਟਸ ਤੇ ਜੀ ਰਹੇ ਹਾਂ। ਠੀਕ ਹੈ ਕਿ 31,000 ਕਰੋੜ ਰੁਪਏ ਦਾ ਸਾਡੇ ਤੇ ਕਰਜ਼ਾ ਚੜਿਆ, ਉਹ ਇੱਕ ਅਲੱਗ ਹੈ ਜਿਹੜਾ ਉਹਦਾ ਸੀ, ਲੇਕਿਨ ਉਹਦੇ ਬਦਲੇ ਕਿਉਂਕਿ ਉਹ ਵਾਲਾ 31,000 ਕਰੋੜ ਦਾ ਕਰਜ਼ਾ ਜਿਹੜਾ ਹੈਗਾ ਉਹ 15ਵੇਂ ਫਾਈਨਾਂਸ ਕਮਿਸ਼ਨ ਨੇ ਉਸ ਤੇ ਕੰਸੀਡਰ ਕੀਤਾ, ਉਹਨੂੰ ਉਸ ਤੇ ਕਮੇਟੀ ਬਣਾਈ, ਜਿਹੜੇ ਨੀਤੀ ਆਯੋਗ ਦੇ ਮੈਂਬਰ ਹੈ ਰਮੇਸ਼ ਚੰਦ, ਉਹਨਾਂ ਦੀ ਅਗਵਾਈ ਹੇਠ, ਤੇ ਇਹ ਮੰਨਿਆ ਕਿ ਹਾਂ ਤਿੰਨੋਂ ਉਹਨਾਂ ਤੋਂ ਗਲਤੀਆਂ ਹੋਈਆਂ ਨੇ, ਕੇਂਦਰ ਤੋਂ ਵੀ ਗਲਤੀਆਂ ਹੋਈਆਂ ਨੇ, ਬੈਂਕਾਂ ਤੋਂ ਵੀ ਔਰ ਪੰਜਾਬ ਤੋਂ ਵੀ, ਔਰ ਉਹਨਾਂ ਨੇ ਫਿਰ ਇੱਕ ਸਾਨੂੰ ਰੈਵਨਿਊ ਗ੍ਰਾਂਟ ਦਿੱਤੀ ਐਡੀਸ਼ਨਲ, ਜਿਹੜੀ ਹਰਿਆਣੇ ਤੋਂ ਸਾਨੂੰ ਜ਼ਿਆਦਾ ਮਿਲਦੀ ਹੈ। ਹਰਿਆਣੇ ਨੂੰ 8-9 ਹਜ਼ਾਰ ਕਰੋੜ ਰੁਪਏ ਗ੍ਰਾਂਟ ਆਉਂਦੀ ਹੈ, ਸਾਨੂੰ 20,000 ਕਰੋੜ ਰੁਪਏ ਉਹ ਗ੍ਰਾਂਟ ਆਉਂਦੀ ਹੈ। ਤੁਸੀਂ ਦੇਖੋ 10,000 ਕਰੋੜ ਰੁਪਏ ਸਾਨੂੰ ਹਰਿਆਣੇ ਨਾਲੋਂ ਜ਼ਿਆਦਾ ਆਉਂਦੀ ਹੈ ਗ੍ਰਾਂਟ। ਉਹ ਸਿਰਫ ਇਸ ਕਰਕੇ ਹੀ ਕਿ ਸਾਨੂੰ ਉੱਥੋਂ ਤੁਹਾਡਾ ਇੱਕ ਰਾਹਤ ਜੀ ਮਿਲ ਜੇ। 5 ਸਾਲ 'ਚ 25,000 ਕਰੋੜ ਰੁਪਇਆ ਉਹਨਾਂ ਨੇ ਸਾਨੂੰ ਇਸੇ ਰੂਪ 'ਚ ਦੇਣਾ ਐਡੀਸ਼ਨਲ। ਸੋ ਮੈਨੂੰ ਇਹ ਲੱਗਦਾ ਵੀ ਗਵਰਨਮੈਂਟ ਆਫ ਇੰਡੀਆ ਕੰਮ ਤੱਕ ਕਹਿੰਦੀ ਤਾਂ ਹੈ, ਲੇਕਿਨ ਉਹ ਜਿਹੜੀਆਂ ਚੀਜ਼ਾਂ ਨਾਲ ਕਹਿੰਦੀ ਹੈ ਵੀ ਤੁਸੀਂ ਜਿਹੜੀ ਰੈਸ਼ਨਲਾਈਜ਼ ਕਰੋ ਆਪਣੀ ਸਬਸਿਡੀ, ਵੀ ਤੁਸੀਂ ਵੱਡੇ ਕਿਸਾਨਾਂ ਨੂੰ ਕਿਉਂ ਦੇ ਰਹੇ, ਛੋਟਿਆਂ ਨੂੰ ਦਿਓ ਜਿਨ੍ਹਾਂ ਨੂੰ ਲੋੜ ਹੈ। ਛੋਟਿਆਂ ਨੂੰ ਮਿਲ ਨਹੀਂ ਰਹੀ, ਤੁਸੀਂ ਵੱਡਿਆਂ ਨੂੰ ਦੇਈ ਜਾ ਰਹੇ ਹੋ। ਹੁਣ ਤੁਸੀਂ ਇੰਡਸਟਰੀ ਲਈ ਫਿਰ ਸ਼ੁਰੂ ਕਰਤੀ ਹੈ ਵੀ 5 ਰੁਪਏ ਦੇਵਾਂਗੇ, ਤੁਸੀਂ 5 ਰੁਪਏ ਹੁਣ ਉਹ ਵੀ ਇਸੇ ਤਰ੍ਹਾਂ ਹੀ ਹੈ। ਜਿਹੜੀ ਵੱਡੀ ਇੰਡਸਟਰੀ ਹੈ ਸਾਡੀ, ਉਹ ਮੈਂ ਤੁਹਾਨੂੰ ਦੱਸਿਆ ਸੀ ਉਸ ਦਿਨ ਕਿ ਜਦੋਂ 1500 ਕਰੋੜ ਰੁਪਏ ਸਬਸਿਡੀ ਮਿਲਦੀ ਹੁੰਦੀ ਸੀ, ਉਦੋਂ 1239 ਕਰੋੜ ਰੁਪਏ ਕੱਲੀ ਵੱਡੀ ਇੰਡਸਟਰੀ ਲੈਂਦੀ ਸੀ। ਬਾਕੀ ਸਾਰੇ ਜਿਹੜੇ ਹਜ਼ਾਰਾਂ ਯੂਨਿਟ ਨੇ ਛੋਟੀ ਇੰਡਸਟਰੀ ਦੇ, ਉਹਨਾਂ ਨੂੰ ਤੁਸੀਂ ਦੇਖ ਲਓ 200-250 ਕਰੋੜ ਰੁਪਏ ਮਿਲਦਾ ਸੀ, ਵੱਡੀ ਇੰਡਸਟਰੀ ਨੂੰ 1200-1300 ਕਰੋੜ ਰੁਪਇਆ। ਸੋ ਅਸੀਂ ਕੋਈ ਸਬਸਿਡੀ ਜਿਹੜੀ ਹੈਗੀ ਹੈ ਤਰਕ ਸੰਗਤ ਨਹੀਂ ਕੀਤੀ ਹੋਈ। ਸਬਸਿਡੀ ਹਮੇਸ਼ਾ ਹੀ ਅਸੀਂ ਛੋਟੇ ਦੇ ਨਾਂ ਤੇ ਦਿੰਨੇ ਆ ਵੀ ਅਸੀਂ ਇਹ ਗਰੀਬ ਨੇ ਚੱਲ ਨਹੀਂ ਪਾਣਗੇ, ਪਰ ਦਿੰਨੇ ਵੱਡਿਆਂ ਨੂੰ। ਇਹ ਬਹੁਤ ਹੀ ਕਮਾਲ ਦਾ ਇੱਕ ਸਾਡਾ ਮਤਲਬ ਉਹ ਹੈਗਾ। ਤੁਸੀਂ ਦੇਖੋ ਜਿਹੜੇ ਫਾਰਮਰਸ ਨੂੰ ਕੋਲੇ ਟਿਊਬਵੈਲ ਹੀ ਹੈ ਨਹੀਂ, ਤੁਸੀਂ ਕਹੀ ਜੋ ਮੈਂ 10,000 ਕਰੋੜ ਦੀ ਸਰਕਾਰ ਜਿਹੜੀ ਹੈ ਉਹ ਟਿਊਬਵੈਲਾਂ ਨੂੰ ਫ੍ਰੀ ਬਿਜਲੀ ਦਿੰਦੀ ਹੈ, ਪਰ ਜਿਹਦੇ ਕੋਲ ਹੈ ਹੀ ਨਹੀਂ ਟਿਊਬਵੈਲ, ਉਹ ਤਾਂ ਵਿਚਾਰਾ ਇਹਨਾਂ ਤੋਂ ਖਰੀਦ ਕੇ ਭਰ ਰਿਹਾ ਜਾਂ ਆਪਣਾ ਟਰੈਕਟਰ ਚਲਾ ਕੇ ਬੋਰ ਚੋਂ ਮਤਲਬ ਪਾਣੀ ਕੱਢ ਰਿਹਾ। ਸੋ ਉਹ ਸਾਰੀਆਂ ਚੀਜ਼ਾਂ ਵੀ ਸਾਨੂੰ ਦੇਖਣੀਆਂ ਚਾਹੀਦੀਆਂ ਨੇ। ਮੈਨੂੰ ਇਹ ਲੱਗਦਾ ਕਿ ਪੰਜਾਬ ਸਰਕਾਰ ਨੇ ਆਪਣੇ ਜਿਹੜੇ ਖਰਚੇ ਨੇ ਉਹਨੂੰ ਕਰਟੇਲ ਕਰਨ ਵੱਲ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ। ਇਸ ਕਰਕੇ ਗਵਰਨਮੈਂਟ ਆਫ ਇੰਡੀਆ ਨੇ ਇਸ ਵਾਰੀ ਇਹ ਕਦਮ ਚੁੱਕਿਆ। ਹਾਂ, ਇਹ ਠੀਕ ਹੈ ਕਿ ਇੱਕ ਚੀਜ਼ ਉਹਦੇ ਵਿੱਚ ਹੋਰ ਰਹਿ ਗਈ, ਉਹ ਇਹ ਉਸ ਪੁਆਇੰਟ ਆਫ ਵਿਊ ਤੋਂ ਮੈਂ ਕਹਿ ਰਿਹਾ ਕਿ ਜਿੰਨਾ ਸਟੇਟਾਂ ਪੈਸਾ ਇਕੱਠਾ ਕਰਦੀਆਂ ਨੇ, ਸਾਰੀਆਂ ਸਟੇਟਾਂ ਮਿਲਾ ਕੇ ਜਿੰਨਾ ਪੈਸਾ ਇਕੱਠਾ ਕਰਦੀਆਂ ਨੇ, ਉਹਦੇ ਚੋਂ ਜ਼ਿਆਦਾ ਜਿਹੜਾ ਹਿੱਸਾ ਹੈ ਉਹ ਉਹਨਾਂ ਸਟੇਟਾਂ ਨੂੰ ਚਲਾ ਜਾਂਦਾ ਹੈ ਜਿਹੜੀਆਂ ਸਟੇਟਾਂ ਬਿਮਾਰੂ ਸਟੇਟਾਂ, ਜਿਹਨੂੰ ਅਸੀਂ ਅੱਗੇ ਕਹਿੰਦੇ ਰਹੇ ਸੀ, ਚਾਹੇ ਉਹ ਬਿਹਾਰ ਹੋਵੇ, ਯੂਪੀ ਹੋਵੇ, ਮੱਧ ਪ੍ਰਦੇਸ਼ ਹੋਵੇ ਜਾਂ ਹੋਰ। ਇਹ 40% ਸਟੇਟ ਜਿਹੜਾ ਪੈਸਾ ਹੈ ਕੱਲੀਆਂ ਇਹ 4 ਸਟੇਟਾਂ ਹੀ ਖਾ ਜਾਂਦੀਆਂ ਨੇ। ਯਾਨੀ ਜਿਹੜੇ ਪੰਜਾਬ ਵਰਗੇ ਸਟੇਟਾਂ ਨੇ ਜਿਨ੍ਹਾਂ ਦੀ ਆਮਦਨੀ ਠੀਕ ਸੀ, ਹਰਿਆਣਾ ਵਰਗੀ ਸਟੇਟਾਂ ਜਿਹੜੀਆਂ ਆਮਦਨੀ ਠੀਕ ਹੈ, ਮਹਾਰਾਸ਼ਟਰ ਵਰਗੀਆਂ, ਗੁਜਰਾਤ ਵਰਗੀਆਂ ਸਟੇਟਾਂ ਜਿਹੜੀਆਂ ਕੰਟਰੀ ਨੂੰ ਕਮਾ ਕੇ ਦਿੰਦੀਆਂ ਨੇ, ਉਹ ਸਟੇਟਾਂ ਜਿਹੜੀਆਂ ਨੇ ਉਹਨਾਂ ਨੂੰ ਉਸ ਅਨੁਪਾਤ 'ਚ ਪੈਸਾ ਨਹੀਂ ਮਿਲਦਾ ਜਿਸ ਅਨੁਪਾਤ 'ਚ ਉਹ ਆਮਦਨੀ ਕੰਟਰੀ ਨੂੰ ਦਿੰਦੀਆਂ ਨੇ। ਸੋ ਇੱਥੇ ਵੀ ਇਸ ਚੋਂ ਹੀ ਸ਼ਾਇਦ ਇਹ ਗੱਲ ਨਿਕਲੀ ਸੀਗੀ ਵੀ ਜੇ ਅਸੀਂ ਮਤਲਬ ਬਿਮਾਰ ਹੋ ਕੇ ਹੀ ਪੈਸਾ ਸਾਨੂੰ ਜ਼ਿਆਦਾ ਮਿਲਣਾ ਹੈ ਤਾਂ ਫਿਰ ਪੰਜਾਬ ਵੀ ਇਹੀ ਕੰਮ ਕਰੇ। ਜੀ, ਵਿਕਸਿਤ ਹੋਣਾ ਗੁਨਾਹ ਹੈ ਇੱਥੇ, ਇਹਦਾ ਮਤਲਬ ਤਾਂ ਇਹੀ ਹੈ। ਉਂਝ ਵੈਸੇ ਜਦੋਂ ਉਹ ਤੁਹਾਨੂੰ ਰੈਸ਼ਨਲਾਈਜ਼ ਕਰਨ ਲਈ ਕਹਿੰਦੇ ਨੇ ਸਬਸਿਡੀਜ਼, ਤੇ ਮਾੜਾ ਕੀ ਕਹਿੰਦੇ ਨੇ? ਮਾੜਾ ਇਸ ਕਰਕੇ ਲੱਗਦਾ ਹੈ ਕਿਉਂਕਿ ਉਹਨਾਂ ਦਾ ਅਖਤਿਆਰ ਨਹੀਂ, ਸਟੇਟ ਦਾ ਅਖਤਿਆਰ ਹੈ ਕਿ ਉਹਨੇ ਆਪਣੇ ਵਸੀਲੇ, ਆਪਣੇ ਸਾਧਨ ਜਿਹੜੇ ਆ ਜਾਂ ਜਿਹੜੀ ਉਹਨਾਂ ਦੀ ਇਨਕਮ ਹੈ ਉਹਦੀ ਵਰਤੋਂ ਕਿਵੇਂ ਕਰਨੀ ਹੈ। ਇਹ ਸਟੇਟ ਨੂੰ ਹੱਕ ਦਿੰਦੀ ਆ ਲੋਕ ਚੁਣ ਕੇ ਡੈਮੋਕ੍ਰੇਸੀ ਦੇ ਵਿੱਚ ਕਿ 5 ਸਾਲ ਕਿਹਨੇ ਪਲੈਨਿੰਗ ਕਰਨੀ ਹੈ। ਪਰ ਨਾਲ ਦੀ ਨਾਲ ਇੱਕ ਜ਼ਿੰਮੇਵਾਰੀ ਆਇਦ ਹੋ ਜਾਂਦੀ ਹੈ ਕਿ ਤੁਸੀਂ ਖਾਸ ਤੌਰ ਤੇ ਤੁਹਾਡੀ ਬਿਊਰੋਕ੍ਰੇਸੀ, ਮੈਂ ਅਫਸਰਸ਼ਾਹੀ ਵੱਲ, ਫਿਰ ਕਈ ਮਿੱਤਰ ਕਹਿੰਦੇ ਨੇ ਅਫਸਰਸ਼ਾਹੀ ਚੋਂ ਕਿ ਤੁਸੀਂ ਤੋੜਾ ਸਾਡੇ ਤੇ ਝਾੜ ਦਿੰਦੇ ਹੋ। ਸਦਾ ਦੀ ਸਰਕਾਰ ਅਫਸਰ ਨੇ, ਪੋਲੀਟੀਸ਼ੀਅਨ ਕੋਈ ਪਲੈਨਿੰਗ ਕਰਦਾ ਮੈਂ ਨਹੀਂ ਦੇਖਿਆ। ਫਾਈਲਾਂ ਚੱਕ ਕੇ ਅਫਸਰ ਆਉਂਦੇ ਨੇ, ਦਫ਼ਤਰਾਂ ਦੇ ਵਿੱਚ ਉਹ ਮੱਥਾ ਮਾਰਦੇ ਨੇ, ਉਹਨਾਂ ਨੇ ਨੀਤੀਆਂ ਬਣਾਉਣੀਆਂ ਨੇ। ਹਾਲਾਂਕਿ ਨੀਤੀਆਂ ਬਣਾਉਣ ਦਾ ਕੰਮ ਸਿਆਸੀ ਜਮਾਤ ਦਾ ਹੈ ਜਿਹੜੀ ਸੱਤਾ 'ਚ ਹੈ, ਪਰ ਕੀ ਅਸੀਂ ਤਰਕ ਸੰਗਤ ਚੀਜ਼ਾਂ ਕਰ ਪਾਏ ਆ? ਕੀ ਅਸੀਂ, ਜੇ ਸਾਡੇ ਗਵਾਂਢੀ ਸੂਬੇ ਦੀ GST ਕਲੈਕਸ਼ਨ 60,000 ਕਰੋੜ ਹੈ ਤੇ ਅਸੀਂ 20,000 ਕਰੋੜ ਤੇ ਫਸੇ ਹੋਏ ਆ, ਤੇ ਇਹਦੇ 'ਚ ਜੇ 1,500 ਕਰੋੜ ਵੱਧ ਜਾਏ ਤੇ ਅਸੀਂ ਕਹਿੰਦੇ ਬੱਲੇ ਬੱਲੇ, ਇਸ ਤਿਮਾਹੀ 'ਚ ਅਸੀਂ ਵੱਧ ਗਏ, ਇਸ ਮਹੀਨੇ 'ਚ ਅਸੀਂ ਵੱਧ ਗਏ। ਸੋ ਕਿੱਥੇ ਇੱਕ ਮਾਰ ਪੈ ਰਹੀ ਆ,
ਜੇ ਇੰਡਸਟਰੀ ਹਿਜਰਤ ਕਰ ਗਈ ਆ ਤੇ ਉਹਦੇ ਵੱਲ ਧਿਆਨ ਕਿਉਂ ਨਹੀਂ ਦਿੱਤਾ ਗਿਆ? ਜੇਕਰ ਸਾਡੇ ਸੰਸਾਧਨ, ਸਾਡੇ ਵਸੀਲੇ, ਸਾਡੀ ਆਮਦਨ ਦੇ ਸਰੋਤ ਮਰ ਗਏ ਨੇ ਤੇ ਜਾਂ ਅਸੀਂ ਬਣਾਏ ਨਹੀਂ, ਤੇ ਜ਼ਿੰਮੇਵਾਰੀ ਕਿਹਦੀ ਹੈ? ਮਤਲਬ ਤੁਸੀਂ ਆਪਣੇ ਘਰ ਦੇ ਵਿੱਚ 4 ਬਿਹਤਰ ਹੋਰ ਜਿਹੜੇ ਲਾਟੂ ਜਗਦੇ ਦੇਖ ਕੇ ਇਹ ਨਾ ਸੋਚੋ ਕਿ ਰੌਸ਼ਨੀ ਫੈਲ ਗਈ, ਗਲੀ ਉਹੀ ਚ ਲੰਘਣਾ, ਸੜਕ ਉਸੇ ਤੇ ਲੰਘਣਾ। ਜੇਕਰ ਕ੍ਰਾਈਮ ਵੱਧ ਰਿਹਾ, ਲੋਕ ਪਰੇਸ਼ਾਨ ਨੇ, ਅਨਰੈਸਟ ਬਹੁਤੀ ਆ, ਤਾਂ ਭਾਈ ਜੀਣਾ ਇੱਥੇ ਹੀ ਹੈ। ਖੈਰ ਭਾਸਕਰ ਸਾਹਿਬ, ਇੱਕ ਛੋਟੀ ਜਿਹੀ ਟਿੱਪਣੀ ਕਰੋ। ਆਪਾਂ ਚੰਨੀ ਸਾਹਿਬ ਵੱਲ ਜਾਣਾ, ਮੈਂ ਬੜੀ ਕਾਹਲੀ ਚ ਆ। ਸਰਦਾਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਅੱਜ ਕੱਲ ਮੁਸ਼ਕਲ ਚ ਨੇ, ਪਰ ਵੇਖੋ ਮੁਸ਼ਕਲ ਦੇ ਦੌਰ ਦੇ ਵਿੱਚ ਵੀ ਉਹਨਾਂ ਕਾਂਗਰਸ ਦੀ ਕਿਆ ਵਿਆਖਿਆ ਕੀਤੀ ਆ, ਉੱਤੇ ਜਾਂਦੇ ਆ। ਪਰ ਪਹਿਲਾਂ ਇਸ ਮੁੱਦੇ ਤੇ ਆਪਣਾ ਵਿਊ ਪੁਆਇੰਟ ਜ਼ਰੂਰ ਦੇ ਦਿਓ। ਰੰਧਾਵਾ ਜੀ, ਸਾਡਾ ਸੂਬਾ ਕਰਜ਼ੇ ਦੇ ਵਿੱਚ ਹੈ ਔਰ ਇਸ ਕਰਜ਼ੇ ਦੀ ਚਰਚਾ ਹੁਣੇ ਨਵੀਂ ਨਹੀਂ ਸ਼ੁਰੂ ਹੋਈ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਇਹ ਕੰਮ ਨਹੀਂ ਸ਼ੁਰੂ ਹੋਇਆ, ਇਸ ਤੋਂ ਪਹਿਲੇ ਵੀ ਚੱਲ ਰਿਹਾ ਸੀ। ਪਹਿਲੇ ਸਾਡੇ ਵਿੱਤ ਮੰਤਰੀ ਹੁੰਦੇ ਸੀਗੇ ਮਨਪ੍ਰੀਤ ਬਾਦਲ, ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਇਹ ਗੱਲਾਂ ਸੁਣ ਕੇ ਤੰਗ ਆ ਗਏ ਸੀਗੇ। ਉਹਨਾਂ ਨੇ ਖਜ਼ਾਨੇ ਨੂੰ ਭਰਨ ਵਾਸਤੇ ਕੀਤਾ ਕਿ ਉਹਨਾਂ ਨੇ ਚਾਹ ਪਿਲਾਣੀ ਬੰਦ ਕੀਤੀ। ਜੋ ਵੀ ਉਹਨਾਂ ਦੇ ਦਫ਼ਤਰ ਮਿਲਣ ਜਾਂਦਾ ਸੀ, ਕਹਿੰਦੇ ਮੈਂ ਉਹਨਾਂ ਨੂੰ ਚਾਹ ਨਹੀਂ ਪਿਲਾਉਂਗਾ ਕਿਉਂਕਿ ਮੈਨੂੰ ਖਜ਼ਾਨਾ ਭਰਨਾ ਹੈ, ਜਾਂ ਆਸਟੈਰਿਟੀ ਡਰਾਈਵ ਦੇ ਨਾਂ ਤੇ ਉਹਨਾਂ ਨੇ ਕੁਝ ਸਟੈਪ ਲਿੱਤੇ ਸੀਗੇ। ਔਰ ਪਿਛਲੀ ਸਰਕਾਰ ਯਾਨੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਧਨਾੜ ਕਿਸਾਨਾਂ ਨੂੰ, ਵੱਡੇ ਕਿਸਾਨਾਂ ਨੂੰ ਸਬਸਿਡੀ ਮਾਫ ਕਰਨ ਵਾਸਤੇ ਪਹਿਲੇ ਉਹਨਾਂ ਨੇ ਮੰਤਰੀਆਂ ਨੂੰ, ਆਪਣੇ ਹੋਰ ਐਮਐਲਏ ਨੂੰ ਕਿਹਾ ਸੀਗਾ ਵੀ ਘੱਟ ਤੋਂ ਘੱਟ ਤੁਸੀਂ ਤੇ ਨਾ ਲਓ ਇਹ ਸਬਸਿਡੀ, ਪਰ ਕਿਸੇ ਨੇ ਨਹੀਂ ਸੁਣੀ। 2-4 ਨੇ ਸੁਣੀ ਵੀ, ਉਹਦੇ ਨਾਲ ਕੋਈ ਬਹੁਤਾ ਅਸਰ ਨਹੀਂ ਹੋਇਆ। ਹੁਣ ਜਿਹੜਾ ਡਿਸੀਜਨ ਕੇਂਦਰ ਨੇ ਲਿੱਤਾ, ਡਿਸੀਜਨ ਤੇ ਬਹੁਤ ਵਧੀਆ ਹੈ, ਕਿਉਂਕਿ ਤੁਹਾਡੇ ਘਰ ਦੇ ਵਿੱਚ ਵੀ ਕੋਈ ਬੱਚਾ ਫਜ਼ੂਲ ਖਰਚੀ ਕਰਦਾ ਹੋਏ ਤੇ ਉਹਦੀ ਫਜ਼ੂਲ ਖਰਚੀ ਨੂੰ ਰੋਕਣ ਵਾਸਤੇ ਕੁਝ ਕੜੇ ਕਦਮ ਉਠਾਣੇ ਪੈਂਦੇ ਨੇ। ਹੁਣ ਸੂਬੇ ਦਾ 18,000 ਕਰੋੜ ਰੁਪਏ ਦਾ ਲੋਨ ਹੁਣ ਲਿਮਿਟ ਉਹਦੀ ਘੱਟ ਕਰਤੀ ਹੈ, ਔਰ ਉਸ ਤੋਂ ਇਲਾਵਾ 2600 ਕਰੋੜ ਰੁਪਏ ਜਿਹੜੇ ਕੈਪੀਟਲ ਐਸੈਟਸ ਵਾਸਤੇ ਲੋਨ ਦਿੱਤਾ ਜਾਂਦਾ ਸੀਗਾ ਉਹ ਵੀ ਬੰਦ ਕਰ ਦਿੱਤਾ ਗਿਆ ਕਿਉਂਕਿ ਉਹਦੀ ਦੁਰਵਰਤੋਂ ਹੋ ਰਹੀ ਸੀ। ਉਸ ਤੋਂ ਇਲਾਵਾ 800 ਕਰੋੜ ਰੁਪਏ ਨੈਸ਼ਨਲ ਹੈਲਥ ਮਿਸ਼ਨ ਦਾ ਜਿਹੜਾ ਲੋਨ ਦਿੱਤਾ ਜਾਂਦਾ ਸੀ, ਗ੍ਰਾਂਟ ਦਿੱਤੀ ਜਾਂਦੀ ਸੀ, ਉਹ ਵੀ ਹੁਣ ਬੰਦ ਕਰ ਦਿੱਤੀ ਗਈ ਹੈ। ਇਸ 18,000 ਕਰੋੜ ਘੱਟ ਹੋਣ ਨਾਲ ਬਿਲਕੁਲ ਠੀਕ ਹੈ ਕਿ ਜਿਹੜਾ 2000 ਯਾਨੀ 20,200 ਕਰੋੜ ਰੁਪਏ ਪਿਛਲੇ ਦਿਨਾਂ ਦੇ ਵਿੱਚ ਪੀਐਸਪੀਸੀਐਲ ਨੂੰ ਸੂਬੇ ਦੇ ਮੁੱਖ ਮੰਤਰੀ ਨੇ ਆਪ ਅਨਾਉਂਸਮੈਂਟ ਕਰਕੇ ਕਿਹਾ ਤੇ ਵੀ ਦੇ ਦਿੱਤਾ। ਹੁਣ ਤੁਸੀਂ ਲੋਨ ਲੈ ਕੇ ਲੋਨ ਦੀ ਅਦਾਇਗੀ ਕਰੋ, ਲੋਨ ਮਾਫ ਕਰੋ, ਤੇ ਇਹ ਗੱਲਾਂ ਸਮਝ ਨਹੀਂ ਆਉਂਦੀ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਰੂਰਲ ਡਿਵੈਲਪਮੈਂਟ ਫੰਡ ਫਿਊਚਰ ਇਨਕਮ ਨੂੰ ਲੋਨ ਤੇ ਰੱਖ ਕੇ, ਗਿਰਵੀ ਰੱਖ ਕੇ ਲੋਨ ਲੈ ਕੇ ਕਿਸਾਨਾਂ ਦਾ ਲੋਨ ਮਾਫ ਕਰਤਾ। ਉਸ ਲੋਨ ਮਾਫ ਕਰਨ ਤੋਂ ਬਾਅਦ ਕੀ ਕਿਸਾਨਾਂ ਦੇ ਆਰਥਿਕ ਆਧਾਰ, ਆਰਥਿਕ ਜਿਹੜੇ ਹਾਲਾਤ ਨੇ ਉਹ ਠੀਕ ਹੋ ਗਏ? ਤੁਸੀਂ ਅਨਪਲੈਨਡ ਤਰੀਕੇ ਨਾਲ ਅਗਰ ਆਪਣਾ ਐਕਸਪੈਂਡੀਚਰ ਕਰੋਗੇ ਤੇ ਐਦਾਂ ਦੀ ਯਾਰਡਸਟਿਕ ਤੇ ਲਾਣੀ ਪਏਗੀ। ਪਰ ਦਿੱਕਤ ਉੱਥੇ ਆਉਂਦੀ ਹੈ ਜਦ ਰਾਜਨੀਤੀ ਵਿੱਚ ਆ ਜਾਂਦੀ ਹੈ। ਹੁਣ ਅਗਰ ਭਾਜਪਾ ਦੀ ਕੇਂਦਰ ਦੀ ਸਰਕਾਰ ਹੈ, ਪੰਜਾਬ ਜਾਂ ਉਹ तमाम ਗੈਰ ਭਾਜਪਾਈ ਸਰਕਾਰਾਂ ਦੇ ਉੱਤੇ ਐਦਾਂ ਦੀ ਕਟੌਤੀ ਲਾਉਂਦੇ ਨੇ ਤੇ ਆਪਣੀ ਵਾਰੀ ਕਰਨਾਟਕਾ ਦੇ ਵਿੱਚ ਰੇਵੜੀਆਂ ਦੇ ਕਰਕੇ ਅੱਧਾ ਕਿਲੋ ਦੁੱਧ ਵੀ ਤੁਸੀਂ ਅਨਾਉਂਸਮੈਂਟ ਕਰ ਦਿੰਦੇ ਹੋ ਵੀ ਹਰ ਬੰਦੇ ਨੂੰ ਅੱਧਾ ਕਿਲੋ ਦੁੱਧ ਮਿਲੇਗਾ ਜਾਂ ਗਰੀਬਾਂ ਨੂੰ ਅੱਧਾ ਕਿਲੋ ਦੁੱਧ ਮਿਲੇਗਾ। ਇਹ ਸਾਰੀ ਗੱਲਾਂ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਜਦ ਲੱਗਦੀਆਂ ਤੇ ਗੱਲ ਖਿਲਰਦੀ ਜਾਂਦੀ ਹੈ। ਗੱਲ ਨੂੰ ਖਿਲਰਨ ਤੋਂ ਪਹਿਲੇ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਔਰ ਸਰਕਾਰ ਆਉਣ ਤੋਂ ਪਹਿਲੇ ਕੈਂਪੇਨ ਦੇ ਵਿੱਚ ਕੇਜਰੀਵਾਲ ਉਹਨਾਂ ਆਪ ਕਹਿੰਦੇ ਸੀ ਪੈਸੇ ਦੀ ਕੋਈ ਘਾਟ ਨਹੀਂ ਹੈ, ਅਸੀਂ ਜਿਹੜਾ ਲੋਕਾਂ ਦੀ ਕਰਪਸ਼ਨ ਦਾ ਪੈਸਾ ਜੇਬ ਵਿੱਚ ਜਾਂਦਾ ਹੈ ਉਹਨੂੰ ਰੂਟ ਕਰਾਂਗੇ ਸਟੇਟ ਦੀ ਇਕਨੋਮੀ ਦੇ ਵਿੱਚ ਤੇ ਅਸੀਂ ਲਹਿਰਾ ਬਹਿਰਾ ਲਿਆ ਦੇਣੀ ਹੈ। ਪਰ ਹਜੇ ਤੱਕ ਲਹਿਰਾ ਬਹਿਰਾ ਆਈ ਨਹੀਂ ਕਿਉਂਕਿ ਕੇਜਰੀਵਾਲ ਸਾਹਿਬ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਸਾਡੇ ਭਗਵੰਤ ਮਾਨ ਉਹਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਫਿਰ ਰਹੇ ਨੇ। ਪਰ ਇੱਥੇ ਲਹਿਰਾ ਬਹਿਰਾ ਵੀ ਲੈ ਕੇ ਆਓ, ਔਰ ਲਹਿਰਾ ਬਹਿਰਾ ਤਦ ਹੀ ਆਉਣਗੀਆਂ ਜਦ ਸਾਡੇ ਸੂਬੇ ਦੇ ਮੁੱਖ ਮੰਤਰੀ ਬੈਠ ਕੇ ਨਿੱਠ ਕੇ ਉਹ ਜਿਹੜਾ ਕਰਪਸ਼ਨ ਦਾ ਪੈਸਾ ਇੱਧਰ ਉੱਧਰ ਜਾ ਰਿਹਾ ਉਹਨੂੰ ਖਜ਼ਾਨੇ ਵੱਲ ਉਹਦਾ ਮੂੰਹ ਕਰਨਗੇ, ਪਰ ਜਿਹੜੀ ਗੱਲ ਹਜੇ ਤੱਕ ਨਹੀਂ ਹੋਈ। ਭਾਸਕਰ ਸਾਹਿਬ, ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਇਹਨਾਂ ਦਿਨਾਂ 'ਚ ਵਧੀਆਂ ਹੋਈਆਂ, ਪਰ ਪਿਛਲੇ ਦਿਨਾਂ 'ਚ ਉਹਨਾਂ ਦੀ ਖੋਜ ਜਿਹੜੀ ਹੋਈ ਹੈ, ਜਦੋਂ ਉਹ ਸਾਹਮਣੇ ਆਈ ਆ, ਇੱਕ ਹਿੰਦੀ ਦੀ ਵੱਡੀ ਅਖਬਾਰ ਨੇ ਪ੍ਰਕਾਸ਼ਿਤ ਕੀਤੀ ਆ ਕਿ ਚੰਨੀ ਸਾਹਿਬ ਦੱਸਦੇ ਆ ਕਾਂਗਰਸ ਦੇ ਪਤਨ 'ਚ ਚਮਚਿਆਂ ਦਾ, ਕੜਛਿਆਂ ਦਾ ਬੜਾ ਵੱਡਾ ਹੱਥ ਹੈ। ਮਤਲਬ ਇਹ ਚਮਚੇ ਕੜਛੇ ਜੇ ਨਾ ਹੁੰਦੇ ਤਾਂ ਕਾਂਗਰਸ ਦੀ ਇਹ ਹਾਲਤ ਨਾ ਹੁੰਦੀ। ਵੈਸੇ ਇਹਦੇ ਵਿੱਚ ਉਹ ਹੋਰ ਕਿਹੜੀਆਂ ਖੋਜਾਂ ਦੇ ਨਾਲ ਪੇਸ਼ ਹੋ ਰਹੇ ਆ, ਜ਼ਰਾ ਸਾਂਝ ਤਾਂ ਪਵਾਓ। ਖੋਜਾਂ ਤੇ ਬਹੁਤ ਸਾਰੀ ਹੈਗੀਆਂ ਔਰ ਤਕਰੀਬਨ ਉਹਨਾਂ ਖੋਜਾਂ ਦੇ ਬਾਰੇ ਤੇ ਸਾਰੇ ਕਾਂਗਰਸੀ ਵੀ, ਪੰਜਾਬ ਦੀ ਔਰ ਦੇਸ਼ ਦੀ ਜਨਤਾ ਜਾਣਦੀ ਹੈ ਔਰ ਇਹਦੇ ਵਿੱਚ ਕੋਈ ਨਵੀਂ ਖੋਜ ਲੱਗੀ ਨਹੀਂ ਕਿਉਂਕਿ ਮੈਂ 3 ਵਾਰ ਪੜ੍ਹੀ ਉਹਨਾਂ 3 ਵਾਰ ਪੜ੍ਹਨ ਤੋਂ ਬਾਅਦ ਉਸ ਖੋਜ ਦੇ ਵਿੱਚ ਕੋਈ ਖੋਜ ਦੀ ਗੱਲ ਲੱਗੀ ਨਹੀਂ। ਪਹਿਲਾਂ ਉਹ ਸ਼ੁਰੂਆਤ ਕਰਦੇ ਨੇ ਕਿ ਵੀ ਚਮਚਾਗਿਰੀ, ਚਾਟੂਕਾਰਤਾ ਹਿੰਦੀ ਦੇ ਵਿੱਚ ਕਹਿੰਦੇ ਆ ਜਿਹਨੂੰ, ਚਮਚਾਗਿਰੀ ਨੇ ਸਾਡੀ ਪਾਰਟੀ ਮਾਰਤੀ। ਔਰ ਠੀਕ ਦੂਜੀ ਲਾਈਨ ਦੇ ਵਿੱਚ ਉਹ ਕਹਿੰਦੇ ਨੇ ਵੀ ਕਾਂਗਰਸ ਦੀ ਹਾਈਕਮਾਨ ਯਾਨੀ ਗਾਂਧੀ ਪਰਿਵਾਰ ਨੇ ਤੇ ਇਸ ਚਮਚਾਗਿਰੀ ਤੋਂ ਬਚਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਜਿਹੜੇ ਹੋਰ ਵੱਡੇ ਲੀਡਰ ਨੇ ਨਾ ਉਹਨਾਂ ਨੇ ਚਮਚਾਗਿਰੀ ਨਹੀਂ ਛੱਡੀ ਤੇ ਚਮਚਾਗਿਰੀ ਕਰਕੇ ਕਾਂਗਰਸ ਦਾ ਨੁਕਸਾਨ ਹੋਇਆ। ਜਿਹੜੇ ਵੱਡੇ ਲੀਡਰ ਨੇ, ਜੇ ਚਮਚਿਆਂ ਨੂੰ ਬਾਹਰ ਨਹੀਂ ਕੀਤਾ ਗਿਆ
ਤੇ 2024 ਦੇ ਵਿੱਚ ਵੀ ਐਦਾਂ ਹੀ ਕੁਝ ਹੋਣ ਵਾਲਾ ਹੈ। ਹੁਣ ਦੱਸੋ, ਦੂਜੀ ਲਾਈਨ ਦੇ ਵਿੱਚ ਚਮਚਾਗਿਰੀ ਕਰਨ ਤੋਂ ਬਾਅਦ ਚਮਚਿਆਂ ਨੂੰ ਕੱਢਣ ਦੀ ਵੀ ਗੱਲ ਚੰਨੀ ਸਾਹਿਬ ਆਪਣੀ ਖੋਜ ਦੇ ਵਿੱਚ ਹੀ ਕਰ ਰਹੇ। ਹੁਣ ਉਹ ਕਹਿੰਦੇ ਨੇ ਪਾਰਟੀ ਦੇ ਵਿੱਚ ਗੁੱਟਬਾਜੀ ਬਹੁਤ ਹੈ, ਗੁੱਟਬਾਜੀ ਕਰਕੇ ਨਾ ਪਾਰਟੀ ਦਾ ਨੁਕਸਾਨ ਹੋ ਗਿਆ। ਗੱਲ ਉਹ ਰਾਜਸਥਾਨ ਦੀ ਕਰਦੇ ਨੇ, ਸਚਿਨ ਪਾਇਲਟ ਦੀ ਕਰਦੇ ਨੇ, ਗਹਿਲੋਤ ਸਾਹਿਬ ਦੀ ਕਰਦੇ ਨੇ, ਫਿਰ ਉਹ ਛੱਤੀਸਗੜ੍ਹ, ਕਰਨਾਟਕਾ, ਇਹ ਸਾਰੇ ਸੂਬਿਆਂ ਦੇ ਵਿੱਚ ਗੁੱਟਬਾਜੀ ਹੈਗੀ, ਇਸ ਕਰਕੇ ਪਾਰਟੀ ਦਾ ਨੁਕਸਾਨ ਹੋ ਰਿਹਾ। ਦੱਸੋ ਇਹਦੇ ਵਿੱਚ ਖੋਜ ਦੀ ਕੀ ਲੋੜ ਸੀਗੀ? ਇਹ ਤੇ ਸਾਰਿਆਂ ਨੂੰ ਪਤਾ ਹੈ। ਫਿਰ ਉਸ ਤੋਂ ਬਾਅਦ ਕਹਿੰਦੇ ਨੇ ਲੀਡਰਸ਼ਿਪ, ਯਾਨੀ ਸੂਬਿਆਂ ਦੇ ਵਿੱਚ ਜਿਹੜੀ ਲੀਡਰਸ਼ਿਪ ਹੈ ਉਹ ਵੀ ਕਾਫੀ ਕਮਜ਼ੋਰ ਹੈ, ਔਰ ਸਾਡੀ ਜਿਹੜੀ ਕੇਂਦਰ ਦੀ ਲੀਡਰਸ਼ਿਪ ਹੈ ਉਹਦੇ ਵਿੱਚ ਕੋਈ ਨਵੀਂ ਗੱਲ, ਯਾਨੀ ਕੋਈ ਕਰਸਮੈਟਿਕ ਲੀਡਰ ਜਿਹਨੂੰ ਕਹਿੰਦੇ ਨੇ ਉਹ ਨਹੀਂ ਹੈਗਾ। ਇਹ ਕਹਿ ਕੇ ਉਹ ਰਾਹੁਲ ਗਾਂਧੀ ਉਹਨਾਂ ਨੂੰ ਕੀ ਸਮਝਦੇ ਨੇ? ਉਹ ਕਰਸਮੈਟਿਕ ਲੀਡਰ ਨਹੀਂ ਹੈ। ਉਹ ਕਹਿੰਦੇ ਨੇ ਕਰਸਮੈਟਿਕ ਲੀਡਰ ਨੂੰ ਲਿਆਉਣ ਦੀ ਲੋੜ ਹੈ। ਹੁਣ ਦੱਸੋ ਰਾਹੁਲ ਗਾਂਧੀ ਉਹਨਾਂ ਨੂੰ ਛੱਡ ਕੇ ਕਿੱਥੋਂ ਲਿਆਈ? ਹੁਣ ਭਾਜਪਾ ਦੇ ਵਿੱਚੋਂ ਕੋਈ ਕਰਸਮੈਟਿਕ ਲੀਡਰ ਕਾਂਗਰਸ ਨੂੰ ਲਿਆਉਣ ਦੀ ਲੋੜ ਹੈ? ਹੁਣ ਜਿਹੜੇ ਹੈਗੇ ਨੇ ਉਹਨਾਂ ਨਾਲ ਹੀ ਗੁਜ਼ਾਰਾ ਕਰਨਾ ਪੈਣਾ। ਫਿਰ ਉਹ ਗੱਲ ਕਰਦੇ ਨੇ ਕਿ UPA 2 ਕਿਉਂ ਹਾਰ ਗਈ? UPA 1 ਦੇ ਵਿੱਚ ਸਭ ਕੁਝ ਬਹੁਤ ਵਧੀਆ ਸੀਗਾ, ਮਨਰੇਗਾ ਸਕੀਮ ਨਿਕਲੀ, RTI ਐਕਟ ਨਿਕਲਿਆ, ਉਹ ਤੇ ਬੜੀ ਵਧੀਆ ਰਹੀ। UPA 2 ਦੇ ਵਿੱਚ ਜਿੰਨੇ ਕੁ ਸਕੈਮ ਹੋਏ ਔਰ ਜਿੰਨੀ ਕੁ ਗੱਲਾਂ ਹੋਈਆਂ, ਔਰ ਭਾਜਪਾ ਦੇ ਕੋਲ ਇੱਕ ਮਜ਼ਬੂਤ ਲੀਡਰ ਸੀਗਾ ਨਰਿੰਦਰ ਮੋਦੀ ਹੋਣਾ, ਔਰ ਜਿੱਥੇ ਤੱਕ ਗੱਲ ਕਰੀਏ ਕਾਂਗਰਸ ਦੇ ਕੋਲ ਕੋਈ ਮਜ਼ਬੂਤ ਲੀਡਰਸ਼ਿਪ ਨਹੀਂ ਸੀ। ਯਾਨੀ ਫਿਰ ਉਹ ਰਾਹੁਲ ਗਾਂਧੀ ਉਹਨਾਂ ਦੇ ਉੱਤੇ ਉਂਗਲ ਚੱਕਦੇ ਨੇ ਕਿ ਰਾਹੁਲ ਗਾਂਧੀ ਉਹਨਾਂ ਨੇ UPA 2 ਦੇ ਟਾਈਮ ਵਿੱਚ ਜਾਂ 2019 ਦੇ ਵਿੱਚ ਚੌਕੀਦਾਰ ਚੋਰ ਹੈ, ਇਸ ਨਾਰੇ ਦੇ ਉੱਤੇ ਵੀ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਕਿ ਇਹ ਨਾਰਾ ਸਾਨੂੰ ਨਹੀਂ ਦੇਣਾ ਚਾਹੀਦਾ ਸੀ, ਸਾਡਾ ਚੌਕੀਦਾਰ ਚੋਰ ਹੈ ਦਾ ਨਾਰਾ ਨਹੀਂ ਚੱਲਿਆ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਕਿ ਮੈਂ ਵੀ ਚੌਕੀਦਾਰ, ਜਾਂ BJP ਦਾ ਇਹ ਨਾਰਾ ਮੈਂ ਵੀ ਚੌਕੀਦਾਰ, ਇਹ ਜ਼ਿਆਦਾ ਚੱਲ ਗਿਆ, ਇਸ ਕਰਕੇ ਸਾਡਾ ਨੁਕਸਾਨ ਹੋ ਗਿਆ। ਹੁਣ ਮੈਨੂੰ ਇਸ ਪੂਰੀ ਖੋਜ ਦੇ ਵਿੱਚ ਪੜ੍ਹ ਕੇ ਲੱਗਿਆ ਨਹੀਂ ਕਿ ਕਾਂਗਰਸ ਨੂੰ ਕਿੱਦਾਂ ਇੰਪਰੂਵ ਕੀਤਾ ਜਾ ਸਕਦਾ, ਇਹਦੇ ਵਿੱਚ ਕੋਈ ਚੰਨੀ ਸਾਹਿਬ ਦੀ ਉਹ ਵੱਡੀ ਖੋਜ ਹੋਏ। ਪਰ ਸਾਰੀ ਗੱਲਾਂ ਉਹੀ ਕੀਤੀਆਂ ਜਿਹੜੀ ਆਮ ਬੰਦਾ ਵੀ ਜਾਣਦਾ, ਅਸੀਂ ਵੀ ਜਾਣਦੇ ਆ ਵੀ ਕਾਂਗਰਸ ਦਾ ਨੁਕਸਾਨ ਕਿਉਂ ਹੋ ਰਿਹਾ। ਫਿਰ ਲਾਸਟ ਵਿੱਚ ਉਹ ਇਹ ਜ਼ਰੂਰ ਲਿਖਦੇ ਨੇ ਕਿ ਵੀ ਰਾਹੁਲ ਗਾਂਧੀ ਹੁਣ ਮਜ਼ਬੂਤ ਹੋ ਕੇ ਉੱਭਰੇ ਨੇ ਤੇ 2024 ਦੇ ਵਿੱਚ ਜਿੱਤ ਵੀ ਸਕਦੇ ਨੇ। ਪਰ ਇਹ ਸਾਰੀ ਗੱਲਾਂ ਦੇ ਵਿੱਚ ਤੁਸੀਂ ਦੱਸੋ, ਇਹਦੇ ਵਿੱਚ ਰੰਧਾਵਾ ਜੀ ਤੁਸੀਂ ਵੀ ਪੋਲਿਟਿਕਸ ਨੂੰ ਬੜੇ ਟਾਈਮ ਤੋਂ ਕਵਰ ਕਰਦੇ ਹੋ, ਇਹਦੇ ਵਿੱਚ ਖੋਜ ਕੀ ਹੈ? ਚਮਚਾਗਿਰੀ ਕਰਕੇ ਸਾਡੀ ਪਾਰਟੀ ਦਾ ਨੁਕਸਾਨ ਹੋਇਆ, ਗੁੱਟਬੰਦੀ ਕਰਕੇ ਸਾਡੀ ਪਾਰਟੀ ਦਾ ਨੁਕਸਾਨ ਹੋ ਰਿਹਾ। ਜਦ ਤੱਕ ਚਮਚਿਆਂ ਨੂੰ ਨਹੀਂ ਕੱਢੋਗੇ ਤਦ ਤੱਕ ਪਾਰਟੀ ਹਾਰਦੀ ਰਹੇਗੀ। ਔਰ ਉਸ ਤੋਂ ਇਲਾਵਾ ਉਹਨਾਂ ਨੇ ਇੱਕ ਗੱਲ ਜਿਹੜੀ ਕਹੀ ਹੈ ਕਿ ਵੀ ਇੱਕ ਕਰਸਮੈਟਿਕ ਲੀਡਰ ਲੈ ਕੇ ਆਉਣਾ ਪਏਗਾ। ਇਹਨਾਂ ਸਾਰੀ ਗੱਲਾਂ ਦੇ ਵਿੱਚ ਖੋਜ ਕਿੱਥੇ ਹੈ? ਚੰਨੀ ਸਾਹਿਬ ਕੋਈ ਖੋਜ ਲੈ ਕੇ ਆਓ। ਇੰਨਾ ਟਾਈਮ ਤੁਸੀਂ ਅਮਰੀਕਾ ਲਾ ਕੇ ਆਏ ਹੋ ਔਰ ਉੱਥੇ ਸੁਣਿਆ ਕਿ ਵੀ ਲਾਈਟ ਵੀ ਨਹੀਂ ਜਾਂਦੀ, ਦੀਵਾ ਵੀ ਨਹੀਂ ਬਾਲਣਾ ਪੈਂਦਾ, ਤੇ ਪੂਰੀ ਰਾਤ ਬੈਠ ਕੇ ਤੁਸੀਂ ਇਹ ਖੋਜ ਕੀਤੀ ਹੈ। ਇਹ ਇੱਥੇ ਹੀ ਬੈਠ ਕੇ ਕਰ ਲੈਂਦੇ ਤੇ ਇਹਦਾ ਸਿੱਟਾ ਤੇ ਤੁਸੀਂ ਸਾਡੇ ਵਰਗੇ ਬੰਦਿਆਂ ਨੂੰ ਵੀ ਪੁੱਛ ਲੈਂਦੇ, ਅਸੀਂ ਤੁਹਾਨੂੰ 2 ਮਿੰਟ 'ਚ ਹੀ ਦੱਸ ਦਿੰਦੇ ਹਾਰਨ ਦੇ ਕਾਰਨ ਇਹ ਨੇ। ਇੰਦਰਪ੍ਰੀਤ ਜੀ, ਕਿਉਂਕਿ ਕਾਂਗਰਸ ਦੀ ਗੱਲ ਚੱਲ ਰਹੀ ਆ, ਚਾਪਲੂਸੀਆਂ ਦੀ ਗੱਲ ਚੱਲ ਰਹੀ ਆ, ਅੱਜ ਕੱਲ ਸੋਸ਼ਲ ਮੀਡੀਆ ਤੇ ਨਵਜੋਤ ਸਿੰਘ ਸਿੱਧੂ ਦੀ ਵੱਖ-ਵੱਖ ਮੌਕਿਆਂ ਤੇ ਵੱਖ-ਵੱਖ ਲੀਡਰਾਂ ਲਈ ਵਰਤੀਆਂ ਗਈਆਂ ਤਸ਼ਬੀਹਾਂ, ਵੱਖ-ਵੱਖ ਮੌਕਿਆਂ ਤੇ ਦਿੱਤੇ ਗਏ ਭਾਸ਼ਣ, ਸੇਮ ਸ਼ਬਦਾਵਲੀ ਔਰ ਅਤ ਦਰਜੇ ਦੀ ਜਿਹੜੀ ਖੁਸ਼ਾਮਦ ਹੈ ਉਹਦਾ ਜ਼ਿਕਰ ਵੀ ਹੋ ਰਿਹਾ। ਜਲੰਧਰ ਵਾਲੀ ਜਿਹੜੀ ਬਰਜਿੰਦਰ ਸਿੰਘ ਹਮਦਰਦ ਵੱਲੋਂ ਆਰਗੇਨਾਈਜ਼ ਕੀਤੀ ਗਈ ਸੀ ਸਰਬ ਪਾਰਟੀ ਮੀਟਿੰਗ, ਉਹਦੇ ਵਿੱਚ ਬੋਲਣ ਤੋਂ ਬਾਅਦ ਪੁਰਾਣੇ ਸਾਰੇ ਚਿੱਠੇ ਜਿਨ੍ਹਾਂ ਦੇ ਵਿੱਚ ਡਾਕਟਰ ਮਨਮੋਹਨ ਸਿੰਘ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਪਤਾ ਨਹੀਂ ਕਿਹਦੇ ਬਾਰੇ ਉਹਨਾਂ ਜਿਹੜੇ ਸ਼ਬਦ ਵਰਤੇ ਆ, ਸਿੱਧੂ ਮੈਨੂੰ ਲੱਗਦਾ ਐਕਸਪੋਜ਼ ਜੇ ਹੋ ਗਏ। ਰੰਧਾਵਾ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਨਵਜੋਤ ਸਿੱਧੂ ਦੀ, ਉਹਨਾਂ ਦੀ ਜਿੰਨਾ ਉਹ ਜਿਹਨੂੰ ਕਹਿੰਦੇ ਫਾਇਰ ਬ੍ਰਾਂਡ ਨੇਤਾ ਹੈ, ਉਹ ਕਈ ਵਾਰ ਮਤਲਬ ਇੰਨੀ ਇਹੋ ਜਿਹੀ ਫਾਇਰ ਲਗਾਦਾ ਕਿ ਉਹ ਆਪਣੇ ਘਰ ਨੂੰ ਅੱਗ ਲੱਗ ਜਾਂਦੀ ਹੈ। ਔਰ ਜੇ ਤੁਸੀਂ ਸਾਰੇ ਬਿਆਨਾਂ ਨੂੰ ਤੁਸੀਂ ਤਰਤੀਬ ਵਾਈਜ਼ ਲਗਾਓ ਤਾਂ ਫਿਰ ਤੁਹਾਨੂੰ ਲੱਗੂਗਾ ਕਿ ਯਾਰ ਵੀ ਇਹ ਬੰਦਾ ਪਤਾ ਨਹੀਂ ਕੀ ਚਾਹੁੰਦਾ ਕੀ ਹੈ। ਮਤਲਬ ਜਿਸ ਡਾਕਟਰ ਮਨਮੋਹਨ ਸਿੰਘ ਨੂੰ ਕਦੀ ਉਹ ਮੌਨੀ ਬਾਬਾ ਤੇ ਕਦੀ ਕੀ ਕੁਝ ਕਹਿੰਦਾ ਰਿਹਾ ਹੈ, ਫਿਰ ਜਦੋਂ ਉਹ ਕਾਂਗਰਸ ਚ ਆ ਗਏ ਤੇ ਉਸ ਤੋਂ ਕਹਿੰਦੇ ਕਿ ਵੱਡਾ ਆਰਥਿਕ ਨੇਤਾ ਹੀ ਕੋਈ ਹੈ ਨਹੀਂ। ਐਸੇ ਤਰ੍ਹਾਂ ਹੀ ਰਾਹੁਲ ਗਾਂਧੀ ਆਪਣੀ ਗਲਤੀ ਵੀ ਸੁਧਾਰ ਲੈਂਦੇ, ਮਾਫੀ ਵੀ ਮੰਗ ਲੈਂਦੇ, ਕੱਲ ਜਿੱਦਾਂ ਅਕਾਲੀ ਲੀਡਰਾਂ ਪ੍ਰਤੀ ਉਹਨਾਂ ਕੀਤਾ ਸੀ ਪਰਸੋਂ। ਬਿਲਕੁਲ ਇਸੇ ਤਰ੍ਹਾਂ ਹੀ ਜਿਹੜਾ ਕੱਲ ਦਾ ਸੀਗਾ, ਸੌਰੀ ਪਹਿਲਾਂ ਰਾਹੁਲ ਗਾਂਧੀ ਦਾ ਸੀ, ਉਹਨਾਂ ਨੂੰ ਵੀ ਪੱਪੂ ਦਾ ਨਾਮ ਉਹਨਾਂ ਨੇ ਹੀ ਦਿੱਤਾ ਹੋਇਆ। ਹੁਣ ਅੱਜ ਉਸੇ ਨੇਤਾ ਨੂੰ ਕਹਿ ਰਹੇ ਵੀ ਇਸ ਤੋਂ ਮੈਂ ਸਾਰਾ ਚੀਜ਼ ਛੱਡ ਸਕਦਾ, ਰਾਹੁਲ ਗਾਂਧੀ ਨੂੰ ਨਹੀਂ ਛੱਡ ਸਕਦਾ। ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਬਾਰ-ਬਾਰ ਕਹਿਣੀਆਂ, ਮਤਲਬ ਇਹ ਤੁਹਾਡੀ ਆਪਣੀ ਜਿਹੜੀ ਛਵੀ ਹੈ ਉਸੇ ਨੂੰ ਹੀ ਮਤਲਬ ਵਿਗੜਦੇ। ਜਾਂ ਤਾਂ ਤੁਸੀਂ ਇਹ ਕਹੋ ਕਿ ਹਾਂ ਮੇਰੇ ਤੋਂ ਇਹ ਗਲਤੀ ਹੋਈ ਵੀ ਜਦੋਂ ਮੈਂ ਉਦੋਂ ਕਹਿ ਗਿਆ, ਹੁਣ ਜਦੋਂ ਮੈਂ ਇਹਨਾਂ ਨਾਲ ਰਿਹਾ ਤਾਂ ਮੈਨੂੰ ਪਤਾ ਲੱਗਿਆ ਵੀ ਯਾਰ ਇਹ ਬੰਦਾ ਤਾਂ ਬਹੁਤ ਹੀ ਕਮਾਲ ਦਾ ਸੀਗਾ। ਫਿਰ ਤਾਂ ਤੁਸੀਂ ਇੱਕ ਬ੍ਰਿਜ ਜਾ ਕਰ ਲੈਂਦੇ ਹੋ ਵੀ ਹਾਂ ਉਸ ਗੱਲ ਤੋਂ ਇਸ ਗੱਲ ਤੇ ਆਉਣ ਦਾ ਇੱਕ ਬ੍ਰਿਜ ਬਣਾ ਲਿਆ ਤੁਸੀਂ। ਲੇਕਿਨ ਇੱਕਦਮ ਤੁਸੀਂ ਪਲਟਦੇ ਹੋ ਜਿਹੜਾ 180 ਡਿਗਰੀ, ਉਹ ਬਿਲਕੁਲ ਜਿਹੜਾ ਹੈਗਾ ਲੋਕਾਂ ਦੀ ਸਮਝ 'ਚ ਆਉਂਦਾ ਨਹੀਂ ਹੈ।
ਸੋ ਦੂਜੀ ਗੱਲ ਜਿਹੜੀ ਤੁਸੀਂ ਇਹਦੀ ਉਠਾਈ ਸੀਗੀ, ਲੋਕਾਂ ਦੀ ਸਮਝ ਵਿੱਚ ਇੰਦਰਪ੍ਰੀਤ ਜੀ ਆਉਂਦਾ ਹੈ ਤੇ ਬਹੁਤ ਆਉਂਦਾ ਹੈ। ਨਵਜੋਤ ਸਿੰਘ ਸਿੱਧੂ ਤੁਸੀਂ ਅਗਲੇ ਦਿਨਾਂ 'ਚ ਦੇਖਿਓ, ਸ਼ਾਇਦ ਉਹ ਹਿੰਦੀ 'ਚ ਕਹਿੰਦੇ ਆ ਵੀ ਕਾਠ ਦੀ ਹਾਂਡੀ ਇਹ ਦੁਬਾਰਾ ਨਹੀਂ ਚੜ੍ਹਨੀ। ਸਿੱਧੂ ਸਾਹਿਬ ਨੇ ਜਿਹੜਾ ਇਸ ਵਾਰੀ ਜਿਸ ਤਰੀਕੇ ਨਾਲ ਉਹਨਾਂ ਨੇ ਨਾਨ ਸੀਰੀਅਸਨੈਸ ਦਿਖਾਈ ਹੈ ਨਾ, ਇਹ ਉਹਨਾਂ ਨੂੰ ਕੀਮਤ ਚੁਕਾਉਣੀ ਪੈਣੀ ਆ। ਮੈਨੂੰ ਲੱਗਦਾ ਸਿੱਧੂ ਤੇ ਸਿਆਸਤ ਵਿੱਚ ਦਿਨ ਲੱਦ ਗਏ। ਮੈਂ ਤੁਹਾਨੂੰ ਇਹੀ ਗੱਲ ਕਰ ਰਿਹਾ ਸੀ ਕਿ ਮੈਂ ਉਹਨਾਂ ਨੂੰ 1 ਸਾਲ ਪੂਰਾ, ਜਦੋਂ ਜਦ ਤੱਕ ਉਹ ਲੋਕਲ ਬੋਡੀ ਦੇ ਮਿਨਿਸਟਰ ਸੀਗੇ, ਮੈਂ ਉਹਨਾਂ ਨੂੰ ਕੰਮ ਕਰਦੇ ਹੋਏ ਦੇਖਿਆ ਹੈਗਾ। ਔਰ ਜਦੋਂ ਅਸੀਂ ਉਹਨਾਂ ਨਾਲ ਗੱਲ ਕਰਦੇ ਸੀ ਨਾ, ਤਾਂ ਏਦਾਂ ਲੱਗਦਾ ਸੀ ਵੀ ਯਾਰ ਇਸ ਬੰਦੇ ਕੋਲੇ ਬਹੁਤ ਵਿਚਾਰ ਨੇ, ਬਹੁਤ ਜ਼ਿਆਦਾ ਨਵੀਆਂ ਯੋਜਨਾਵਾਂ ਨੇ, ਔਰ ਇਹਨੂੰ ਬਹੁਤ ਮਤਲਬ ਜਿਹਨੂੰ ਕਹਿੰਦੇ ਨਿੱਟ ਕੇ ਲਾਗੂ ਕਰਨਾ ਵੀ ਇਹਨੂੰ ਆਉਂਦਾ। ਪਰ ਜਦੋਂ ਟਾਈਮ ਲੰਘਦਾ ਗਿਆ, ਜਿਉਂ ਟਾਈਮ ਲੰਘਦਾ ਗਿਆ, ਏਦਾਂ ਲੱਗਿਆ ਵੀ ਇਹ ਕਾਠ ਦੇ ਘੋੜੇ ਤੇ ਬੈਠਾ ਹੋਇਆ। ਜਿਵੇਂ ਕਾਠ ਦਾ ਘੋੜਾ ਨਾ ਏਦਾਂ ਦਾ ਤਾਂ ਬਹੁਤ ਕਰਦਾ, ਲੇਕਿਨ ਕਦਮ ਇੱਕ ਵੀ ਅੱਗੇ ਨਹੀਂ ਵਧਾਉਂਦਾ। ਬਹੁਤ ਤੇਜ਼ੀ ਨਾਲ ਤੁਸੀਂ ਉਸ ਤੋਂ ਏਦਾਂ ਕਰਵਾਈ ਜਾਓ, ਉੱਤੇ ਬੈਠੇ ਝੂਲੀ ਜਾਓ, ਲੱਗਦਾ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਪਰ ਜਦੋਂ ਤੁਸੀਂ ਦੇਖੋਗੇ ਵੀ ਕਦਮ ਤਾਂ ਇੱਕ ਵੀ ਨਹੀਂ ਵਧਿਆ। ਤੁਸੀਂ ਦੇਖੋ ਨਗਰ ਨਿਗਮਾਂ ਦੇ ਵਿੱਚ ਜਿਹੜੀ ਉਹ ਵਧਾਣੀ ਸੀ ਇਨਕਮ, ਇਹਨਾਂ ਨੇ ਆ ਕੇ ਕਿਹਾ ਮੈਂ ਆਊਟਡੋਰ ਐਡਵਰਟਾਈਜ਼ਮੈਂਟ ਪਾਲਿਸੀ ਲੈ ਕੇ ਆਉਂਗਾ, ਉਹਦੇ ਨਾਲ 300 ਕਰੋੜ ਤੋਂ ਉੱਪਰ ਦੀ ਜਿਹੜੀ ਹੋਊਗੀ ਇਨਕਮ ਹੋਊਗੀ, ਜਿਹੜੀ ਹੁਣ ਸਿਰਫ 20 ਕਰੋੜ ਹੈ। ਉਹ ਕਿੱਥੇ ਪਾਲਿਸੀ? ਉਹ ਤੱਕ ਆਏ ਹੀ ਨਹੀਂ, ਉਹਦੇ ਚ ਹੋਇਆ ਹੀ ਕੁਝ ਨਹੀਂ। ਇਹੀ ਵੇਣੂ ਪ੍ਰਸਾਦ ਉਦੋਂ ਜਿਹੜੇ ਅੱਜ ਕੱਲ੍ਹ ਚੀਫ ਮਿਨਿਸਟਰ ਸਾਹਿਬ ਦੇ ਐਡੀਸ਼ਨਲ ਚੀਫ ਸੈਕਟਰੀ ਨੇ, ਇਹ ਉੱਥੇ ਕੀ ਨਾਮ ਹੈ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਰਹੇ ਨੇ। ਇਸੇ ਤਰ੍ਹਾਂ ਹੀ ਉਹਨਾਂ ਨੇ ਰੇਤੇ ਦੀ ਔਰ ਕਿਹਾ ਸੀਗਾ ਕਿ ਬਹੁਤ ਸਾਰੀ ਮੈਂ ਥਾਵਾਂ ਤੇ ਜਾ ਕੇ ਜਿਹੜੀ ਮਾਈਨਿੰਗ ਪਾਲਿਸੀ ਹੈ ਤੇਲੰਗਾਨਾ ਦੀ, ਉਹ ਬਹੁਤ ਕਮਾਲ ਦੀ ਹੈ। ਇੱਥੇ ਕੁਝ ਵੀ ਨਹੀਂ ਹੋਇਆ, ਉਸ ਤੇ ਕੋਈ ਲਿਆ ਨਹੀਂ, ਕਿਉਂਕਿ ਉਹ ਆਪ ਮੁਦਰਾ ਪਾਣੀ। ਤੁਸੀਂ ਇਹ ਟੀਮ 'ਚ ਨਹੀਂ ਕੰਮ ਕਰਦੇ, ਇਹ ਆਪਣੇ ਆਪ ਇਕੱਲੇ ਹੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਤਾਂ ਕਿ ਸਾਰਾ ਕ੍ਰੈਡਿਟ ਉਹਨਾਂ ਨੂੰ ਮਿਲੇ। ਸੋ ਜਦੋਂ ਜਿਹੜੀਆਂ ਚੀਜ਼ਾਂ ਟੀਮ ਦੇ ਵਿੱਚ ਹੁੰਦੀਆਂ ਨੇ, ਉਹ ਇਕੱਲੇ ਦੇ ਵਿੱਚ ਨਹੀਂ ਹੋ ਸਕਦੀਆਂ। ਇਸੇ ਦਾ ਦੰਸ਼ ਹੀ ਪੰਜਾਬ ਨੂੰ ਝੇਲਣਾ ਪੈ ਰਿਹਾ ਹੈ। ਅੱਜ ਸਥਿਤੀ ਇਸੇ ਕਰਕੇ ਉਹਨਾਂ ਦੀ ਇਹ ਹੋ ਗਈ। ਅਦਰਵਾਈਜ਼ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਮੈਨੂੰ ਲੱਗਦਾ ਕਿ ਜੇ ਉਹ 'ਚ 50% ਵੀ ਇੰਪਲੀਮੈਂਟ ਕਰ ਦਿੰਦੇ ਤਾਂ ਸ਼ਾਇਦ ਇਹਨਾਂ ਤੋਂ ਵੱਡਾ ਪੰਜਾਬ ਲਈ ਕੋਈ ਨੇਤਾ ਨਹੀਂ ਸੀ ਹੋਣਾ। ਪਰ ਉਹ ਤਾਂ 5% ਵੀ ਨਹੀਂ ਕਰ ਸਕੇ। ਸੋ ਲੋਕਾਂ ਦੇ ਉਸ ਤੋਂ ਉਤਰ ਗਏ। ਮੈਨੂੰ ਯਾਦ ਹੈ ਇਹ ਟੂਰਿਜ਼ਮ ਮਿਨਿਸਟਰ ਵੀ ਸੀਗੇ, ਤਾਂ ਉਦੋਂ ਇਹਨਾਂ ਨੇ ਮੈਡੀਕਲ ਟੂਰਿਜ਼ਮ ਲਈ ਇੱਕ ਬਹੁਤ ਵੱਡੀ ਪ੍ਰੈਜੈਂਟੇਸ਼ਨ ਦਿੱਤੀ ਪੱਤਰਕਾਰਾਂ ਨੂੰ ਬੁਲਾ ਕੇ, ਵੀ ਦੇਖੋ ਕਿੰਨਾ ਸਕੋਪ ਹੈ ਸਾਡੇ ਇੱਥੇ। ਨੋ ਡਾਊਟ ਸਕੋਪ ਹੈ, ਕਿਉਂਕਿ ਮੈਂ ਖੁਦ ਜਾਣਦਾ, ਜਦੋਂ ਵੇਦਾਂਤਾ ਵਾਲੇ ਜਿਹੜੇ ਡਾਕਟਰ ਨਰੇਸ਼ ਤ੍ਰਿਹਨ ਨੇ, ਉਹ ਇੱਥੇ ਚੰਡੀਗੜ੍ਹ ਆਏ ਸੀ, ਤਾਂ ਉਹਨਾਂ ਨੇ ਵੀ ਪੰਜਾਬ ਨੂੰ ਇੱਕ ਸੁਜੈਸਟ ਕੀਤਾ ਸੀ ਕਿ ਤੁਸੀਂ ਅੰਮ੍ਰਿਤਸਰ, ਜਲੰਧਰ ਤੇ ਮੋਹਾਲੀ ਦੇ ਵਿੱਚ 3 ਵੱਡੇ ਹਸਪੀਟਲ ਖੋਲੋ, ਜਿਸ ਤਰ੍ਹਾਂ ਦਾ ਉੱਥੇ ਵੇਦਾਂਤਾ ਦਾ ਖੁੱਲਿਆ ਹੋਇਆ ਗੁੜਗਾਉਂ ਦੇ ਵਿੱਚ। ਤਾਂ ਉਹਨਾਂ ਨੇ ਕਿਹਾ ਸੀ ਵੀ ਕਿਉਂਕਿ ਇੱਥੋਂ ਇੰਨੇ ਲੋਕ ਬਾਹਰ ਗਏ ਹੋਏ ਨੇ ਜਿਹੜੇ ਬਾਹਰ ਇਲਾਜ ਨਹੀਂ ਕਰਾ ਸਕਦੇ, ਜਿਹੜੇ ਇਲਾਜ ਕਰਾਉਣ ਲਈ ਉਹ ਇੰਡੀਆ ਨੂੰ ਪ੍ਰੈਫਰ ਕਰਦੇ ਆ। ਸੋ ਤੁਸੀਂ ਉਹਨਾਂ ਵਾਸਤੇ ਵੱਡਾ ਇਨਫਰਾਸਟ੍ਰਕਚਰ ਬਣਾਓ। ਤਾਂ ਔਰ ਇਹਨਾਂ ਨੇ ਰੇਟ ਵਾਈਜ਼ ਦੱਸਤਾ ਸੀ ਵੀ ਅਮਰੀਕਾ 'ਚ ਕੀ ਰੇਟ ਨੇ ਔਰ ਇੱਥੇ ਕੀ ਰੇਟ ਨੇ, ਤਾਂ ਫਿਰ ਵੀ ਉਹਨਾਂ 'ਚੋਂ ਇੱਕ ਵੀ ਚੀਜ਼ ਲਾਗੂ ਨਹੀਂ ਹੋਈ। ਸੋ ਇਹ ਚੀਜ਼ਾਂ ਜਦੋਂ ਆਪਾਂ ਉਹਨਾਂ ਦੇ ਆਪਾਂ ਰਿਜ਼ਲਟ ਦੇਖਦੇ ਆ ਨਾ, ਰਿਜ਼ਲਟ ਦੇ ਵਿੱਚੋਂ ਫਿਰ ਜ਼ੀਰੋ ਹੀ ਖੜਾ ਨਜ਼ਰ ਆਉਂਦਾ ਹੈ। ਤਾਂ ਮੈਨੂੰ ਲੱਗਦਾ ਵੀ ਜਿਹੜੀ ਉਹ ਗੱਲਾਂ ਕਰਦੇ ਨੇ, ਉਹ ਗੱਲਾਂ ਤੇ ਉਹਦੇ ਤੇ ਇੰਪਲੀਮੈਂਟੇਸ਼ਨ ਦੇ ਵਿੱਚ ਬਹੁਤ ਅੰਤਰ ਹੈ। ਇਹਦੇ 'ਚ ਇੱਕ ਸਵਾਲ ਬੜਾ ਅਹਿਮ ਆ। ਲੋਕ ਕਹਿਣਗੇ ਕਿ ਉਹਨਾਂ ਨੂੰ ਸਮਾਂ ਹੀ ਕੀ ਮਿਲਿਆ, ਜੁੰਮਾ ਸਾਲ ਹੀ ਤੇ ਮਿਲਿਆ। ਬਾਅਦ 'ਚ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦਾ ਮਹਿਕਮਾ ਬਦਲਤਾ, ਬਿਜਲੀ ਵਾਲਾ ਦੇ ਦਿੱਤਾ, ਤੇ ਉਹਨਾਂ ਨੇ ਕਿਹਾ ਮੈਂ ਬਿਜਲੀ ਨੂੰ ਹੱਥ ਨਹੀਂ ਲਾਉਣਾ, ਇਹ ਝਟਕੇ ਖਾਣੇ ਹੀ ਨਹੀਂ। ਔਰ ਇਹ ਸਵਾਲ ਉਹਦੇ ਨਾਲ ਵੀ ਵੱਡਾ ਹੋ ਜਾਂਦਾ ਕਿ ਤੁਸੀਂ ਸਾਲ ਤੁਹਾਨੂੰ ਮਿਲਿਆ ਸੀ, ਕੋਈ ਸ਼ੁਰੂਆਤ ਤਾਂ ਕਰ ਜਾਂਦੇ 5-7 ਤਰ੍ਹਾਂ ਦੀ। ਤੇ ਜਿਹੜੀਆਂ ਦਫ਼ਤਰਾਂ 'ਚ ਫਾਈਲਾਂ ਦਾ ਅੰਬਾਰ ਲੱਗਿਆ ਰਹਿੰਦਾ ਰਿਹਾ, ਉਹਨਾਂ ਦਾ ਰੌਲਾ ਬਾਅਦ 'ਚ ਪੈਂਦਾ ਰਿਹਾ ਵੀ ਉਹ ਤਾਂ ਕਹਿੰਦੇ ਮੈਂ ਨਹੀਂ, ਹਰ ਫਾਈਲ ਤੋਂ ਉਹਨਾਂ ਨੂੰ ਡਰ ਆਉਂਦਾ ਸੀ ਵੀ ਇਹ 'ਚ ਕਰਪਸ਼ਨ ਨਾ ਹੋਵੇ। ਸੋ ਆਪਾਂ ਇਮਾਨਦਾਰ ਰਹਿਣ ਲਈ ਕੰਮ ਕਰਨਾ ਛੱਡ ਦਈਏ। ਸੋ ਇੰਦਰਪ੍ਰੀਤ ਜੀ, ਆਪਾਂ ਭਾਸਕਰ ਸਾਹਿਬ ਦੀ ਇੱਕ ਛੋਟੀ ਜਿਹੀ ਟਿੱਪਣੀ ਲੈ ਲਈਏ, ਫਿਰ ਮੈਂ ਤੁਹਾਡੀ ਉਹ ਜਾਖੜ ਤੇ ਵੜਿੰਗ ਵਾਲੀ ਪੰਗੇਬਾਜ਼ੀ ਜ਼ਰੂਰ। ਨਟਸ਼ਲ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਇੱਕ ਸੱਤਾ ਦਾ ਕੈਰੀਅਰ ਦੇਖੀਏ, ਤੇ ਉਹ ਸੱਤਾ ਦੇ ਬਿਲਕੁਲ ਠੀਕ ਕਹਿ ਰਹੇ ਹੋ। ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਬਤੌਰ ਮੰਤਰੀ ਜਦ ਲੋਕੀ ਮਿਲਣ ਜਾਂਦੇ ਸੀਗੇ, ਔਰ ਕੋਈ ਵੱਡਾ ਖੁਲਾਸਾ ਕਰਨ ਦਾ ਵੀ ਦਮ ਭਰਦੇ ਸੀਗੇ ਵੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਉੱਥੇ ਇਹ ਚੱਲ ਰਿਹਾ। ਹਜੇ ਉਹ ਗੱਲ ਆਪਣੀ ਪੂਰੀ ਵੀ ਨਹੀਂ ਕਰਦੇ ਸੀ, ਤੇ ਨਵਜੋਤ ਸਿੰਘ ਸਿੱਧੂ ਉਹਨਾਂ ਕਹਿੰਦੇ ਸੀ ਮੈਨੂੰ ਸਭ ਪਤਾ ਹੈ, ਮੈਨੂੰ ਸਭ ਪਤਾ ਹੈ, ਔਰ ਨਾਲ ਹੀ ਕਹਿੰਦੇ ਸੀ ਆਓ ਫੋਟੋ ਖਿਚਾਈਏ। ਫੋਟੋ ਖਿਚਾ ਕੇ ਹੋ ਗਏ। ਹੁਣ ਉਹਨਾਂ ਨੂੰ ਪਤਾ ਸੀ ਕਿ ਨਹੀਂ ਪਤਾ ਸੀ, ਉਹ ਜਿਹੜੀ ਕੰਪਲੇਂਟਾਂ ਲੈ ਕੇ ਗਏ ਸੀ, ਉਹ ਸੁਜੈਸ਼ਨ ਲੈ ਕੇ ਗਏ ਸੀ ਵੀ 200 ਕਰੋੜ ਇੱਥੋਂ ਨਿਕਲ ਆਏਗਾ, ਇੱਥੇ ਮਾੜਾ ਜਿਹਾ ਹੱਥ ਪਾਓ, 500 ਕਰੋੜ ਇੱਥੋਂ ਨਿਕਲ ਆਏਗਾ। ਜਦ ਉਹ ਆਪਣੀ ਪੂਰੀ ਗੱਲ ਜਿਸ ਤਰ੍ਹਾਂ ਸੀ ਮੈਂ ਕਹਿ ਕੇ ਹਟਿਆ, ਮੈਨੂੰ ਸਭ ਪਤਾ ਕਰਕੇ ਉਹ ਗੱਲ ਉੱਥੇ ਹੀ ਰੁਲ ਜਾਂਦੀ ਸੀਗੀ। ਯਾਨੀ ਅਗਰ ਰਾਜਨੀਤਿਕ ਕੈਰੀਅਰ, ਸੱਤਾ ਦਾ ਕੈਰੀਅਰ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਦੇਖਿਆ ਜਾਏ,
ਤੇ ਉਹ ਇੱਕ ਰੇਤ ਦਾ ਘਰ ਬਣਾਉਂਦੇ, ਜਿੱਦਾਂ ਬੱਚੇ ਨਹੀਂ ਸਮੁੰਦਰ ਕਿਨਾਰੇ ਬਣਾਉਂਦੇ, ਉਹ ਰੇਤ ਦਾ ਘਰ ਬਣਾਉਂਦੇ ਸੀਗੇ ਤੇ ਕੋਈ ਦੂਜਾ ਚਨੀ ਸਾਹਿਬ ਵਰਗਾ ਜਾਂ ਕੋਈ ਹੋਰ ਬੰਦਾ ਉੱਤੇ ਪੈਰ ਮਾਰ ਕੇ ਚਲੇ ਜਾਂਦਾ ਸੀਗਾ ਤੇ ਉਹ ਬਸ ਉਦਾਂ ਦਾ ਉਦਾਂ ਹੀ ਗੇਮ ਚੱਲਦਾ ਰਿਹਾ। ਪਰ ਹੁਣ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਜੱਫੀ ਪਾਈ ਹੈ ਔਰ ਉਹਨਾਂ ਨੇ ਕਿਹਾ ਕਿ ਮੈਂ ਪੱਪੀ ਨਹੀਂ ਲਿੱਤੀ, ਉਹਦਾ ਵੀ ਅੱਜ ਕੱਲ ਸੋਸ਼ਲ ਮੀਡੀਆ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਬੜੀ ਚਰਚਾ ਹੈ। ਇੱਕ ਪਾਸੇ ਤੋਂ ਤੁਸੀਂ ਬੜੀ ਤਲਖੀ ਦਿਖਾਈ ਸੀ ਔਰ ਤੁਸੀਂ ਜਦ ਸਟੇਜਾਂ ਤੋਂ ਰੁਮਾਲ ਪਾ ਕੇ ਜ਼ੋਰ ਨਾਲ ਕਹਿੰਦੇ ਸੀਗੇ ਓਏ ਓਏ ਵਾਲੀ ਰਾਜਨੀਤੀ, ਤੇ ਉਸ ਤੋਂ ਬਾਅਦ ਅਚਾਨਕ ਹੀ ਤੁਸੀਂ ਮਾਫੀ ਮੰਗ ਕੇ ਕਿ ਮੇਰੀ ਗਲਤੀ ਸੀ, ਮੈਂ ਉਹ ਕੰਮ ਕੀਤਾ। ਹੁਣ ਇਹ ਗਲਤੀ ਉਹ ਜਿਹੜੇ ਇਲਜ਼ਾਮ ਲਾਏ ਸੀ, ਕਿਉਂਕਿ ਕੇਜਰੀਵਾਲ ਉਹਨਾਂ ਦੇ ਖਿਲਾਫ ਵੀ ਸਿੱਧੂ ਉਹਨਾਂ ਨੇ ਬਹੁਤ ਸਾਰੇ ਬਿਆਨ ਦਿੱਤੇ ਸੀ ਵੀ ਦੇਖੋ ਕੇਜਰੀਵਾਲ ਕਿੱਦਾਂ ਮਾਫੀ ਮੰਗ ਗਏ, ਪਰ ਆ ਜਿਹੜੀ ਹੁਣ ਉਹਨਾਂ ਨੇ ਪਰਸੋਂ ਕੀਤਾ ਹੈ ਇਹਦੇ ਇੱਕ ਮਿਕਸ ਜਿਹੇ ਰਿਐਕਸ਼ਨ ਆ ਰਹੇ। ਜ਼ਿਆਦਾਤਰ ਲੋਕ ਇਸ ਗੱਲ ਨੂੰ ਕੋਈ ਚੰਗਾ ਨਹੀਂ ਮੰਨਦੇ ਔਰ ਸਿੱਧੂ ਉਹਨਾਂ ਦੀ ਰਾਜਨੀਤੀ ਨੂੰ ਹਾਸ਼ੀਆ ਦੇ ਵਿੱਚ ਜਾਣ ਵਾਲੀ ਇਹ ਗੱਲ ਕਰ ਰਹੇ ਨੇ, ਜਿਹੜਾ ਉਹਨਾਂ ਨੇ ਉਸ ਸਟੇਜ ਜਿਹੜੀ ਕੱਲ ਪਰਸੋਂ ਜਲੰਧਰ ਦੇ ਵਿੱਚ ਸੱਜੀ ਸੀਗੀ ਉੱਥੇ ਜੋ ਕੁਝ ਕੀਤਾ। ਨਵਜੋਤ ਸਿੰਘ ਸਿੱਧੂ ਬਾਰੇ ਇੱਕ ਹੀ ਸਿੰਗਲ ਲਾਈਨ ਦੀ ਮੇਰੀ ਟਿੱਪਣੀ ਹੈ ਕਿ ਜਿਨ੍ਹਾਂ ਦੇ ਖਿਲਾਫ, ਜਿਨ੍ਹਾਂ ਦੀ ਕਾਰਜਸ਼ੈਲੀ ਦੇ ਖਿਲਾਫ, ਜਿਨ੍ਹਾਂ ਦੇ ਕਾਰ ਵਿਹਾਰ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਦੀ ਪੋਲਿਟਿਕਸ ਚੱਲਦੀ ਸੀ, ਉਹ ਉਸ ਪੋਲਿਟਿਕਸ ਦਾ ਹਿੱਸਾ ਹੀ ਨਹੀਂ ਬਣੇ। ਉਹਨਾਂ ਦੇ ਲੀਡਰ ਬਣ ਕੇ ਵੀ ਮੈਂ ਤੁਹਾਡੇ ਨਾਲ ਵਧੀਆ ਬੋਲ ਸਕਦਾ ਹਾਂ ਤੇ ਮੈਂ ਜ਼ਿਆਦਾ ਹਲਕੇ ਪੱਧਰ ਦੀਆਂ ਟਿੱਪਣੀਆਂ ਕਰ ਸਕਦਾ ਹਾਂ ਤੇ ਮੈਂ ਇਹ ਸੋਚੇ ਬਿਨਾਂ ਕਿ ਮੈਂ ਲੋਕਾਂ 'ਚ ਮੇਰੀ ਪਰਸੈਪਸ਼ਨ ਕੀ ਆ, ਮੈਂ ਲੋਕਾਂ ਨੂੰ ਅੱਜ ਤੱਕ ਦਿਖਾਉਂਦਾ ਕੀ ਰਿਹਾ, ਹੁਣ ਲਗਭਗ ਐਕਸਪੋਜ਼ ਹੋਣ ਵਾਲੀ ਸਥਿਤੀ ਬਣੀ ਆ। ਸਰਕਾਰ ਦਾ ਰੋਲ, ਸਰਕਾਰ ਦੀ ਭੂਮਿਕਾ, ਭਗਵੰਤ ਮਾਨ ਬਤੌਰ ਮੁੱਖ ਮੰਤਰੀ, ਉਹ ਵੀ ਸੁਖਬੀਰ ਸਿੰਘ ਬਾਦਲ ਵਾਂਗ ਬਹੁਤ ਸਾਰੇ ਚਮਚਿਆਂ 'ਚ ਘਿਰ ਗਿਆ। ਉਹਨਾਂ ਦੇ ਸਲਾਹਕਾਰ ਹੱਦ ਦਰਜੇ ਦੇ ਮੈਂ ਕਈ ਵਾਰੀ ਦੇਖਿਆ ਕਿ ਅਹਿਮਕ ਹੋ ਸਕਦੇ ਆ ਜਿਨ੍ਹਾਂ ਨੂੰ ਸ਼ਾਇਦ ਪਤਾ ਹੀ ਨਹੀਂ ਕਿ ਪੋਲਿਟਿਕਸ ਵਿੱਚ, ਪਰ ਉਹਨਾਂ ਦੀ ਜਿੱਦਾਂ ਕਹਿੰਦੇ ਆ ਵੀ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਉਂਦਾ, ਉਹਨਾਂ ਦੀਆਂ ਸਿੱਧੀਆਂ ਕਈ ਜਗ੍ਹਾ ਪਈ ਜਾਂਦੀਆਂ। ਸੋ ਇੰਦਰਪ੍ਰੀਤ ਜੀ, ਆਪਾਂ ਇਸ ਗੱਲ ਨੂੰ ਹੁਣ ਛੱਡ ਦਿੰਨੇ ਆ। ਜੋ ਕੁਝ ਵਾਪਰ ਰਿਹਾ ਇਹ ਵੱਖਰਾ ਹੀ ਕੁਝ ਵਾਪਰ ਰਿਹਾ, ਆਉਂਦੇ ਦਿਨਾਂ 'ਚ ਇਹਦੇ 'ਚ ਹੋਰ ਇਜ਼ਾਫਾ ਹੁੰਦਾ ਹੈ। ਇਹ ਲੜਾਈ ਕਿਸ ਨੀਵੇਂ ਪੱਧਰ ਤੱਕ ਜਾਂਦੀ ਆ ਇਹ ਦੇਖਣਾ ਹੁਣ ਅਜੇ ਬਾਕੀ ਆ। ਮੈਂ ਤੁਹਾਡੇ ਤੋਂ ਉਹ ਜਾਖੜ ਤੇ ਰਾਜਾ ਵੜਿੰਗ ਦੀ ਜਿਹੜੀ ਲੜਾਈ ਚੱਲ ਰਹੀ ਹੈ ਉਹਦੇ ਬਾਰੇ ਜਾਣ ਲਵਾਂ, ਫਿਰ ਅੱਗੇ ਵਧਦੇ। ਰੰਧਾਵਾ, ਜਿਹੜੀ ਇਹਦੀ ਰਾਜਾ ਵੜਿੰਗ ਦੀ ਇੱਕ ਟਵੀਟ ਆਈ ਹੈਗੀ ਹੈ, ਉਹਨਾਂ ਨੇ ਸੁਨੀਲ ਜਾਖੜ ਹੋਰਾਂ ਨੂੰ ਕਿਹਾ ਹੈ ਕਿ ਉਹ ਹੁਣ ਭਾਜਪਾ ਦੇ ਵੱਡੇ ਲੀਡਰ ਹੋ ਗਏ, ਵੱਡੇ ਚੌਧਰੀ ਹੋ ਗਏ, ਅਸਲੀ ਚੌਧਰੀ ਹੋਈ ਨੇ, ਤੇ ਉਹ ਜਿਹੜੇ ਪਹਿਲਵਾਨ, ਮਹਿਲਾ ਪਹਿਲਵਾਨਾਂ ਦੇ ਹੱਕ 'ਚ ਕਿਉਂ ਨਹੀਂ ਬੋਲ ਰਹੇ, ਉਹਨਾਂ ਦੇ ਉੱਤੇ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ। ਸ਼ਾਇਦ ਉਹ ਥੋੜੀ ਜੀ ਕਟਾਕਸ਼ ਮਾਰਨਾ ਚਾਹੁੰਦੇ ਸੀ ਉਹਦੇ ਤੇ। ਉਸੇ ਦਾ ਹੀ ਜਵਾਬ ਜਿਹੜਾ ਹੈਗਾ ਉਹ ਉਹਨਾਂ ਦੇ ਭਤੀਜੇ ਜਿਹੜੇ ਐਮਐਲਏ ਵੀ ਹੈਗੇ ਅਬੋਹਰ ਤੋਂ, ਉਹਨਾਂ ਨੇ ਇੱਕ ਵੀਡੀਓ ਪਾ ਕੇ ਹੀ ਦੇਤਾ ਕਿ ਬੋਲਣ ਤੋਂ ਪਹਿਲਾਂ, ਮਤਲਬ ਤੁਸੀਂ ਇਹ ਦੇਖ ਲਓ ਕਿ ਉਹਨਾਂ ਨੇ ਇਸ ਤੇ ਬਹੁਤ ਅੱਛਾ ਬੋਲਿਆ ਹੋਇਆ ਔਰ ਜਮ ਕੇ ਆਵਾਜ਼ ਉਠਾਈ ਹੋਈ ਹੈ। ਖੈਰ, ਇਹ ਵੀ ਕੋਈ ਉਹ ਨਹੀਂ ਹੈ, ਮੈਂ ਸੁਨੀਲ ਜਾਖੜ ਹੋਰਾਂ ਨੂੰ ਜਾਣਦਾ, ਉਹ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਰਦੇ ਕਿ ਉਹ ਕਿਸ ਪਾਰਟੀ ਜਾਂ ਕਿਸ ਉਸ 'ਚ ਹੈਗੇ ਨੇ। ਅਗਰ ਕੋਈ ਗੱਲ ਗਲਤ ਹੋ ਰਹੀ ਹੈ ਤਾਂ ਉਹ ਆਪਣੀ ਆਵਾਜ਼ ਇੱਕ ਵਾਰ ਤਾਂ ਉਠਾ ਹੀ ਦਿੰਦੇ ਆ, ਤਾਂ ਕਿ ਮਤਲਬ ਇਹ ਨਾ, ਜੋ ਗੱਲ ਕਰਨੀ ਬਣਦੀ ਹੈ ਉਹ ਤਾਂ ਕਰ ਹੀ ਦਿੰਦੇ ਹੈਗੇ। ਉਹਨਾਂ ਕਈ ਵਾਰ ਖਮਿਆਜਾ ਵੀ ਹੋ ਸਕਦਾ ਉਹਨਾਂ ਨੂੰ ਭੁਗਤਣਾ ਪਿਆ ਹੋਵੇ, ਪਰ ਆਪਣੀ ਗੱਲ ਤਾਂ ਮੈਨੂੰ ਲੱਗਦਾ ਕਿ ਹਰ ਬੰਦੇ ਨੂੰ ਕਹਿਣੀ ਹੀ ਚਾਹੀਦੀ ਹੈ। ਪਰ ਇਹ ਤਾਂ ਠੀਕ ਹੈ, ਪਰ ਇੱਥੇ ਥੋੜੀ ਜਿਹੀ ਦਿੱਕਤ ਕੀ ਹੋ ਰਹੀ ਹੈ, ਉਹ ਇਹ ਹੋ ਰਹੀ ਹੈ ਵੀ ਜਦ ਦੇ ਸੁਨੀਲ ਜਾਖੜ ਬੀਜੇਪੀ 'ਚ ਚਲੇ ਗਏ ਹੈ, ਉਹਨਾਂ ਦਾ ਜਿਹੜਾ ਭਤੀਜਾ ਹੈਗਾ ਉਹਦੇ ਹਜੇ ਕੋਈ ਜ਼ਿਆਦਾ ਫੈਸਲਾ ਨਹੀਂ ਹੋ ਸਕਿਆ ਕਿ ਉਹ ਵੀ ਕਾਂਗਰਸ ਨੂੰ ਛੱਡ ਕੇ ਉੱਧਰ ਚਲੇ ਜਾਣ ਜਾਂ ਉਹ ਕਾਂਗਰਸ ਦੇ ਵਿੱਚ ਹੀ ਰਹਿਣ। ਕੋਈ ਫੈਸਲਾ ਅਜੇ ਨਹੀਂ ਹੋਇਆ। ਔਰ ਮੈਂ ਲੰਬੇ ਸਮੇਂ ਤੋਂ ਦੇਖ ਰਿਹਾ ਕਿ ਕਾਂਗਰਸ ਉਹਨਾਂ ਨੂੰ ਆਪਣੇ ਜਿਹੜੀਆਂ ਮੀਟਿੰਗਸ ਹੁੰਦੀਆਂ ਨੇ, ਖਾਸ ਤੌਰ ਤੇ ਜਿਹੜੀਆਂ ਐਮਐਲਏ ਨਾਲ ਮੀਟਿੰਗਸ ਹੁੰਦੀਆਂ, ਜਿਹੜੀਆਂ ਕੋਈ ਰਣਨੀਤੀ ਬਣਾਉਣ ਵਾਸਤੇ ਹੁੰਦੀਆਂ ਜਾਂ ਕੋਈ ਕੰਮ ਕਰਨਾ ਹੈ ਉਸ ਤੇ ਹੁੰਦੀ ਹੈ, ਤੇ ਸ਼ਾਇਦ ਉਹਨਾਂ ਨੂੰ ਸ਼ਾਮਲ ਵੀ ਉਸ ਤਰੀਕੇ ਨਾਲ ਨਹੀਂ ਕੀਤਾ ਜਾਂਦਾ ਉਹਨਾਂ ਮੀਟਿੰਗਸ ਵਿੱਚ। ਸ਼ਾਇਦ ਜਿੱਥੇ, ਕਿਉਂਕਿ ਇਹ ਥੋੜਾ ਜਿਹਾ ਫਿਰ ਹੁੰਦੀ ਹੈ ਕਿ ਇਹਨਾਂ ਦੇ ਚਾਚਾ ਜੀ ਉੱਥੇ ਨੇ ਤੇ ਕੋਈ ਗੱਲ ਲੀਕ ਨਾ ਹੋ ਜਾਏ, ਤਾਂ ਇਹ ਵੀ ਇੱਕ ਆ ਜਾਂਦਾ ਹੁੰਦਾ, ਕਿਉਂਕਿ ਮੈਂ ਵਿਧਾਨ ਸਭਾ 'ਚ ਦੇਖਿਆ ਹੁੰਦਾ ਹੋਇਆ। ਸੋ ਮੈਨੂੰ ਲੱਗਦਾ ਪ੍ਰਤਾਪ ਬਾਜਵਾ ਤੇ ਫਤਿਹ ਜੰਗ ਨੂੰ ਕਿਹੜੀ ਕੈਟਾਗਰੀ 'ਚ ਰੱਖਣਗੇ ਜੀ? ਫਿਰ ਇਹ ਵੀ ਤਾਂ ਮੁਸ਼ਕਲ ਆਊਗਾ। ਬਿਲਕੁਲ, ਇਹ ਸਾਰੀਆਂ ਹੀ ਮਤਲਬ ਉਹਨਾਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਲਾਗੂ ਹੁੰਦਾ ਹੈ ਜਿੱਥੇ ਇੱਕ ਜਿਹੜਾ ਬੰਦਾ ਕਿਸੇ ਦੂਜੀ ਪਾਰਟੀ 'ਚ ਹੈ, ਦੂਸਰਾ ਬੰਦਾ ਕਿਸੇ ਹੋਰ ਪਾਰਟੀ 'ਚ ਹੈ, ਤਾਂ ਨੈਚੁਰਲੀ ਇਹ ਆ ਜਾਂਦਾ ਹੈ। ਔਰ ਮੈਂ ਵਿਧਾਨ ਸਭਾ 'ਚ ਮੈਂ ਤੁਹਾਨੂੰ ਦੱਸਿਆ ਜਿਵੇਂ ਸੈਸ਼ਨ ਚੱਲਦੇ ਹੁੰਦੇ ਆ, ਉਹਨਾਂ 'ਚ ਫਲੋਰ ਮੈਨੇਜਮੈਂਟ ਲਈ ਪਾਰਟੀਆਂ ਮੀਟਿੰਗਸ ਕਰਦੀਆਂ ਹੁੰਦੀਆਂ ਨੇ, ਤੇ ਮੈਂ ਕਈ ਵਾਰ ਦੇਖਿਆ ਹੈ ਵੀ ਉਹਨਾਂ ਨੂੰ ਇਗਨੋਰ ਕਰਦੇ ਆ ਸੰਦੀਪ ਜਾਖੜ ਹੋਰਾਂ ਨੂੰ। ਤਾਂ ਮੈਨੂੰ ਲੱਗਾ ਕਿ ਜੇ ਸੰਦੀਪ ਜਾਖੜ ਹੋਰਾਂ ਨੇ ਬੜਾ ਅੱਛਾ ਜਵਾਬ ਦਿੱਤਾ ਹੈ, ਮੈਨੂੰ ਲੱਗਾ ਕਿ ਇਸ ਤੋਂ ਅੱਛਾ ਜਵਾਬ ਹੋਰ ਦਿੱਤਾ ਨਹੀਂ ਸੀ ਜਾ ਸਕਦਾ ਕਿ ਜਦੋਂ ਤੁਸੀਂ ਇੱਕ ਗੱਲ ਕਹੋ ਤੇ ਬੰਦਾ ਉਹਦਾ ਵੀਡੀਓ ਹੀ ਪੇਸ਼ ਕਰਦੇ ਵੀ ਬੋਲਣ ਤੋਂ ਪਹਿਲਾਂ ਤੁਸੀਂ ਦੇਖ ਲਓ, ਤੁਸੀਂ ਮਤਲਬ ਇੱਕ ਸਟੇਟ ਪਾਰਟੀ ਦੇ ਪ੍ਰੈਜ਼ੀਡੈਂਟ ਹੋ,
ਤਾਂ ਪ੍ਰੈਜ਼ੀਡੈਂਟ ਨੂੰ ਘੱਟੋ ਘੱਟ ਮੈਨੂੰ ਲੱਗਦਾ ਕਿ ਸੋਚ ਸਮਝ ਕੇ ਹੀ ਬੋਲਣਾ ਚਾਹੀਦਾ, ਚਾਹੇ ਉਹ ਕਿਸੇ ਦੇ ਵੀ ਪ੍ਰਤੀ ਬੋਲ ਰਿਹਾ ਹੋਵੇ, ਪਰ ਉਹਨੂੰ ਥੋੜਾ ਜਿਹਾ ਸੋਚ ਸਮਝ ਕੇ ਬੋਲਣਾ ਚਾਹੀਦਾ। ਸੰਦੀਪ ਜਾਖੜ ਉਹਨਾਂ ਨੇ ਇਹ ਗੱਲ ਵੀ ਕਹਿਤੀ ਵੀ ਕੁਝ ਫਾਈਲਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਲ ਸਮਝੌਤੇ ਹੋਏ ਨੇ। ਫਿਰ ਇਸ ਗੱਲ ਤੋਂ ਰਾਜਾ ਵੜਿੰਗ ਉਹਨਾਂ ਨੂੰ ਵੀ ਗੁੱਸਾ ਚੜ ਗਿਆ। ਉਹ ਫਿਰ ਇੱਕ ਵਾਰ ਫਿਰ ਟਵੀਟ ਕਰਕੇ ਉਹ ਲਾਸਟ ਲਾਈਨ ਦੇ ਵਿੱਚ ਜਿਹੜੀ ਗੱਲ ਕਹਿੰਦੇ ਨਾ, ਪਤਾ ਨਹੀਂ ਨਿੱਕਰ ਪਾ ਲਓ, ਆ ਕਰ ਲਓ, ਉਹ ਆਪਣੇ ਆਪ ਵਿੱਚ ਸਿੱਧਾ ਅਟੈਕ ਹੈ ਕਿ ਵੀ ਚਾਹੋ ਬੀਜੇਪੀ ਦੇ। ਇਹਨਾਂ ਦੇ ਵਿੱਚ ਇਹ ਪਹਿਲੀ ਵਾਰ ਨਹੀਂ ਹੈ। ਹਾਲਾਂਕਿ ਕੱਲ ਦੀ ਜਿਹੜੇ ਟਵੀਟ ਹੋਏ ਸੀ ਇਹਦੇ ਵਿੱਚ ਕੋਈ ਮਤਲਬ ਪਟਾਕੇ ਪੜੂਕਿਆਂ ਦੀ ਘਾਟ ਸੀਗੀ, ਮਤਲਬ ਬਹੁਤੇ ਕੋਈ ਤਿੱਖੇ ਵਾਲੀ ਗੱਲ ਨਹੀਂ ਸੀਗੀ, ਪਰ ਲਾਸਟ ਵਿੱਚ ਜਿਹੜੀ ਨਿੱਕਰ ਵਾਲੀ ਗੱਲ ਕਰਤੀ ਨਾ ਉਹਨਾਂ ਨੇ, ਉਹਦੇ ਵਿੱਚ ਮਾੜਾ ਮੋਟਾ ਜਿਹਾ ਤਿੱਖਾਪਨ ਆਇਆ। ਪਰ ਅਦਰਵਾਈਜ਼ ਸੰਦੀਪ ਜਾਖੜ ਉਹਨਾਂ ਦਾ ਰੋਲ ਵੀ ਬੜਾ ਸਹੀ ਸੀਗਾ। ਸੁਨੀਲ ਜਾਖੜ ਉਹਨਾਂ ਤੇ ਇਸ ਟਵੀਟ ਤੋਂ ਬਾਹਰ ਹੀ ਸੀਗੇ। ਪਰ ਰਾਜਾ ਵੜਿੰਗ ਇਹਨਾਂ 3 ਟਵੀਟਾਂ ਦੇ ਵਿੱਚ ਕੋਈ ਬਹੁਤਾ ਉਜਾਗਰ ਵੱਡੇ ਨਹੀਂ ਹੋਏ, ਛੋਟੇ ਜ਼ਰੂਰ ਹੋਏ ਹੋਣੇ। ਇਹ ਇੱਕ ਹੋਰ ਸਵਾਲ, ਵਰਿੰਦਰ ਢਿੱਲੋਂ ਇਹਨਾਂ ਦੇ ਯੂਥ ਪ੍ਰਧਾਨ ਹੈ, ਉਹ ਵੀ ਕਹਿ ਰਹੇ ਸੀਗੇ ਕਿ ਸਾਡੇ ਲੀਡਰ ਬੋਲਦੇ ਕਿਉਂ ਨਹੀਂ ਤੇ ਆਪਣੇ ਨਿੱਕੇ ਨਿੱਕੇ ਫਾਇਦਿਆਂ ਲਈ ਸਮਝੌਤੇ ਕਿਉਂ ਕਰਦੇ। ਉਹਨਾਂ ਦਾ ਨਿਸ਼ਾਨਾ ਵੀ ਮੈਨੂੰ ਲੱਗਦਾ ਆਪਣੇ ਪ੍ਰਧਾਨ ਵੱਲ ਹੀ ਸੀਗਾ। ਅੰਦਰ ਕਾਫੀ ਜ਼ਿਆਦਾ ਬੇਚੈਨੀ ਆ, ਲੜਾਈ ਅਜੇ ਮੁੱਕੀ ਨਹੀਂ, ਬੜੇ ਪੱਧਰਾਂ ਤੇ ਕਾਂਗਰਸ ਲੜ ਰਹੀ ਆ। ਉਹ ਵੱਖਰੀ ਗੱਲ ਹੈ ਕਿ ਹਮਦਰਦ ਸਾਹਿਬ ਨੇ ਸਾਰੇ ਇਕੱਠੇ ਕਰ ਦਿੱਤੇ ਆ, ਸਾਰਿਆਂ ਨੂੰ ਇੱਕੋ ਰੱਸੇ ਲੰਘਾਤਾ ਹੈ। ਹੁਣ ਕੋਈ ਇੱਕ ਦੂਜੇ ਦਾ ਵਿਰੋਧ ਕਰਨ ਜੋਗਾ ਛੱਡਿਆ ਨਹੀਂ। ਤੁਸੀਂ ਇਹ ਦੇਖੋ ਕਿ ਜਦ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਮੀਟਿੰਗ ਹੋਈ ਸੀ, ਉਸ ਮੀਟਿੰਗ ਦੇ ਵਿੱਚ ਭਾਵੇਂ ਸਾਡੇ ਪੰਜਾਬ ਦੇ ਕਾਂਗਰਸ ਵਾਲੇ ਸਾਰੇ ਕਹਿ ਕੇ ਆਏ ਸੀ ਬਈ ਅਸੀਂ ਤੇ ਆਮ ਆਦਮੀ ਪਾਰਟੀ ਨੂੰ ਕਿਸੇ ਵੀ ਤਰੀਕੇ ਦੀ ਸਪੋਰਟ ਦੇਣ ਦੇ ਸਮਰਥਨ ਵਿੱਚ ਨਹੀਂ ਆ। ਪਰ ਪਿਛਲੇ ਦਿਨਾਂ ਦੇ ਵਿੱਚ ਜਦ ਹਮਦਰਦ ਸਾਹਿਬ ਨੇ ਉਹ ਆਲ ਪਾਰਟੀ ਮੀਟਿੰਗ ਜੀ ਰੱਖੀ ਸੀਗੀ, ਉਸ ਤੋਂ ਪਹਿਲੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ, ਰਾਜਾ ਵੜਿੰਗ ਉਹਨਾਂ ਨੇ ਕੇਂਦਰ ਤੋਂ ਇਜਾਜ਼ਤ ਲਿੱਤੀ ਕਿ ਵੀ ਅਸੀਂ ਆਪ ਦਾ ਵਿਰੋਧ ਕਰਨ ਲੱਗੇ, ਕਰ ਲਈਏ। ਉੱਥੋਂ ਜਦ ਗ੍ਰੀਨ ਸਿਗਨਲ ਮਿਲਿਆ, ਉਸ ਤੋਂ ਬਾਅਦ ਅੱਗੇ ਵਧੇ। ਹੁਣ ਤੁਸੀਂ ਦੇਖੋ ਕਿ ਇਸ ਗੱਲ ਇਜਾਜ਼ਤ ਲੈਣ ਦੀ ਗੱਲ ਅਖਬਾਰਾਂ ਦੇ ਵਿੱਚ ਵੀ ਛਪੀ, ਇਜਾਜ਼ਤ ਲੈਣ ਦੀ ਲੋੜ ਕਿਉਂ ਪਈ ਜਦ ਤੁਸੀਂ ਆਪਣਾ ਰੁਖ ਉੱਥੇ ਸਾਫ਼ ਕਰਕੇ ਆ ਚੁੱਕੇ ਹੋ। ਫਿਰ ਆਮ ਆਦਮੀ ਪਾਰਟੀ ਦੇ ਖਿਲਾਫ ਕਿਸੇ ਵੀ ਤਰੀਕੇ ਦੀ ਮੀਟਿੰਗ ਵਿੱਚ ਜਾਣ ਤੋਂ ਪਹਿਲੇ ਮੇ ਆਈ ਗੋ, ਇਹ ਗੱਲ ਅਗਰ ਕੇਂਦਰ ਤੋਂ ਪੁੱਛਣੀ ਚਾਹੀਏ ਪਈ ਹੋਏ ਤੇ ਅੱਗੇ ਚੱਲ ਕੇ ਕਿਸ ਤਰੀਕੇ ਦੀ ਰਾਜਨੀਤੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਹੋਣੀ ਹੈ, ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ। ਮੈਂ ਭਾਸਕਰ ਸਾਹਿਬ ਤੁਹਾਡੇ ਤੋਂ ਕਾਲੀ ਦੇ ਵਿੱਚ 2 ਚੀਜ਼ਾਂ ਲੈਣੀਆਂ ਚਾਹੁੰਦਾ। ਇੱਕ ਤਾਂ ਹੈ ਰਾਜਜੀਤ ਦੀ ਪਟੀਸ਼ਨ ਨੂੰ ਬਹੁਤਾ ਜ਼ਿਆਦਾ ਹਾਈ ਕੋਰਟ ਨੇ ਹੁੰਗਾਰਾ ਨਹੀਂ ਭਰਿਆ, ਉੱਤੇ ਕੋਈ ਖਾਸ ਇੱਕ ਤਰ੍ਹਾਂ ਨਾਲ ਖਾਰਜ ਹੋਣ ਵਰਗੀ ਸਥਿਤੀ ਹੈ। ਤੇ ਦੂਜੇ ਬੰਨੇ ਭਰਤਿੰਦਰ ਸਿੰਘ ਚਾਹਲ ਨੂੰ ਕਿਹਾ ਹੈ ਕੁਝ, ਉਹ ਦੋਵੇਂ ਚੀਜ਼ਾਂ ਤੁਸੀਂ ਦੱਸ ਦਿਓ। ਜਿੱਥੇ ਤੱਕ ਰਾਜਜੀਤ ਦੀ ਉਹ ਪਟੀਸ਼ਨ ਜਿਹਦੇ ਵਿੱਚ ਉਹਨਾਂ ਨੇ ਆਪਣੇ ਡਿਸਮਿਸਲ ਨੂੰ ਚੈਲੰਜ ਕੀਤਾ ਸੀ, ਇੱਕ ਪਟੀਸ਼ਨ ਪਾਈ ਸੀ ਕਿ 17 ਅਪ੍ਰੈਲ ਨੂੰ ਮੈਨੂੰ ਬਗੈਰ ਸੁਣੇ, ਮੈਨੂੰ ਨੈਚੁਰਲ ਜਸਟਿਸ ਜਾਂ ਕੋਈ ਇਸ ਤਰ੍ਹਾਂ ਦਾ ਮੌਕਾ ਨਾ ਦਿੱਤੇ ਕਿ ਮੈਂ ਆਪਣੀ ਗੱਲ ਰੱਖ ਸਕਾਂ, ਮੈਨੂੰ ਸਿੱਧਾ ਆਰਡਰ ਦਿੱਤਾ ਔਰ ਉਸ ਆਰਡਰ ਦੀ ਕਾਪੀ ਵੀ ਹਜੇ ਤੱਕ ਮੈਨੂੰ ਨਹੀਂ ਦਿੱਤੀ। ਇਹਦੇ ਖਿਲਾਫ ਚੁਣੌਤੀ ਦਿੱਤੀ ਸੀਗੀ ਹਾਈ ਕੋਰਟ ਦੇ ਵਿੱਚ, ਉਹਨਾਂ ਨੇ ਕੱਲ ਖਾਰਿਜ ਕਰਤੀ। ਉਹ ਕਹਿੰਦੇ ਵੀ ਜਿਹੜੀ ਰਿਪੋਰਟਾਂ ਹਾਈ ਕੋਰਟ ਦੇ ਵਿੱਚ ਸਬਮਿਟ ਹੋਈ ਸੀ ਉਹ ਰਿਪੋਰਟਾਂ ਹੀ ਆਪਣੇ ਆਪ ਵਿੱਚ, ਖੈਰ ਹਾਈ ਕੋਰਟ ਨੇ ਇਸ ਗੱਲ ਦਾ ਜ਼ਿਕਰ ਤਾਂ ਨਹੀਂ ਕੀਤਾ, ਫਿਲਹਾਲ ਆਪਾਂ ਇੱਥੇ ਤੱਕ ਹੀ ਰਹੀਏ ਕਿ ਉਹ ਚੁਣੌਤੀ, ਉਹ ਪਟੀਸ਼ਨ ਖਾਰਿਜ ਕਰਤੀ। ਹੁਣ ਜਿੱਥੇ ਤੱਕ ਗੱਲ ਕਰੀਏ ਚਾਹਲ ਸਾਹਿਬ ਦੀ, ਭਰਤਿੰਦਰ ਸਿੰਘ ਚਾਹਲ, ਉਹਨਾਂ ਦੇ 2 ਪ੍ਰਾਪਰਟੀਆਂ ਨੂੰ ਲੈ ਕੇ ਰਫੜ ਪਿਆ ਹੋਇਆ। ਇੱਕ ਉਹ ਅਲਕਜ਼ਾਰ ਹੈਗਾ ਜਿਹੜਾ ਮੈਰਿਜ ਪੈਲੇਸ ਹੈਗਾ, ਤੇ ਇੱਕ ਪਟਿਆਲੇ ਦੇ ਵਿੱਚ ਉਹਨਾਂ ਦੀ ਕਮਰਸ਼ੀਅਲ ਕੋਈ ਪੂਡਾ ਦੀ ਪ੍ਰਾਪਰਟੀ ਹੈਗੀ ਹੈ। ਉਹਦੇ ਲੈ ਕੇ ਉਹਨਾਂ ਨੇ ਆਪਣੀ ਪਟੀਸ਼ਨ ਦੇ ਵਿੱਚ ਹੀ, ਐਂਟੀਸਿਪੇਟਰੀ ਬੇਲ ਵਾਲੀ ਪਟੀਸ਼ਨ ਦੇ ਵਿੱਚ ਇਹ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੈਨੂੰ ਡਰ ਹੈ, ਰਾਦਰ ਉਮੀਦ ਨਹੀਂ, ਡਰ ਹੈਗਾ ਕਿ ਮੈਨੂੰ ਇਹ ਅਰੈਸਟ ਕਰ ਲਾਂਗੇ। ਹਾਈ ਕੋਰਟ ਨੇ ਇਸ ਮੁੱਦੇ ਦੇ ਉੱਤੇ ਟਿੱਪਣੀ ਕਰਦੇ ਹੋਏ 2 ਮਹੀਨੇ ਦੇ ਅੰਦਰ ਪਹਿਲੇ ਤੇ ਚਾਹਲ ਸਾਹਿਬ ਨੂੰ ਕਿਹਾ ਤੁਸੀਂ ਪੇਸ਼ ਹੋ ਜਾਓ, ਫਿਰ ਉਸ ਤੋਂ ਬਾਅਦ ਇਨਕੁਆਇਰੀ ਕੰਪਲੀਟ ਕਰਨ ਵਾਸਤੇ ਵਿਜੀਲੈਂਸ ਬਿਊਰੋ ਨੂੰ ਵੀ ਕਿਹਾ ਔਰ ਉਹਨਾਂ ਨੂੰ ਕਿਹਾ ਕਿ ਜੁਲਾਈ 19 ਤੱਕ ਆਪਣੀ ਪੂਰੀ ਇਨਕੁਆਇਰੀ ਖਤਮ ਕਰਕੇ ਸਟੇਟਸ ਰਿਪੋਰਟ ਸਾਨੂੰ ਸਬਮਿਟ ਕਰੋ ਔਰ ਉਸ ਤੋਂ ਪਹਿਲੇ ਤੁਸੀਂ ਚਾਹਲ ਸਾਹਿਬ ਦੇ ਖਿਲਾਫ ਕੋਈ ਅਰੈਸਟ ਦਾ ਚੱਕਰ ਨਾ ਪਾਣਾ। ਸ਼ਾਇਦ ਏਦਾਂ ਦੀ ਵੀ ਗੱਲਾਂ ਹੋਈਆਂ, ਪਰ ਹਾਂ ਹੁਣ 2 ਮਹੀਨੇ ਦੇ ਅੰਦਰ BIS ਚਾਹਲ ਉਹਨਾਂ ਨੂੰ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣਾ ਹੀ ਪਏਗਾ। ਜੇ ਨਹੀਂ ਹੁੰਦੇ ਫਿਰ ਉਸ ਤੋਂ ਬਾਅਦ ਕੋਈ ਹੋਰ ਕਾਰਵਾਈ ਵੀ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਅੱਗੇ ਤੁਰ ਸਕਦੀ ਹੈ। ਕੱਲ ਹੀ ਸਰਦਾਰ ਬਰਜਿੰਦਰ ਸਿੰਘ ਹਮਦਰਦ ਦੇ ਮਾਮਲੇ ਦੇ ਵਿੱਚ ਪੂਰਾ ਆਰਡਰ ਹਾਈ ਕੋਰਟ ਦੀ ਵੈਬਸਾਈਟ ਤੇ ਅਪਲੋਡ ਹੁੰਦਾ, ਜਿਹਦੇ ਵਿੱਚ ਵੀ ਸਰਕਾਰ ਨੂੰ 6 ਹਫ਼ਤਿਆਂ ਦੇ ਵਿੱਚ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਵੀ ਤੁਸੀਂ ਇਹਦੇ ਤੇ ਸਟੇਟਸ ਰਿਪੋਰਟ ਇੱਕ ਤਰ੍ਹਾਂ ਨਾਲ ਉਹਨਾਂ ਨੇ ਮੰਗ ਲਈ ਆ, ਜਿਹੜੀ ਸੁਣਵਾਈ ਮੁੜ ਕੇ ਅਗਸਤ ਦੀ 16 ਤਰੀਕ ਨੂੰ ਰੱਖੀ ਗਈ ਹੈ ਜੇ ਮੈਂ ਗਲਤ ਨਹੀਂ। ਔਰ ਬਹੁਤ ਸਾਰੀਆਂ ਚੀਜ਼ਾਂ ਉਹਦੇ ਚ ਹੈ, ਉਹ ਵੀ ਕਿਸ ਵੇਲੇ ਜ਼ਿਕਰ ਕਰ ਲਾਂਗੇ। ਮੈਂ ਇੰਦਰਪ੍ਰੀਤ ਜੀ ਲਾਸਟ ਵਿੱਚ ਜਾਣਨਾ ਚਾਹੁੰਦਾ ਹੈ ਕਿ ਸੈਡੀਸ਼ਨ ਖਾਸ ਤੌਰ ਤੇ ਦੇਸ਼ ਧਰੋਹ, ਪੰਜਾਬੀ ਚ ਦੇਸ਼ ਧਰੋਹ ਕਾਨੂੰਨ ਨੂੰ ਸੁਪਰੀਮ ਕੋਰਟ ਨੇ ਰੋਕਿਆ ਸੀ,
ਧਾਰਾ 124 ਔਰ ਹੁਣ ਲਾਅ ਕਮਿਸ਼ਨ ਦੇਸ਼ ਦਾ ਇਹਦੇ ਵਿੱਚ ਕੁਝ ਰਿਕਮੈਂਡੇਸ਼ਨਸ ਦੇ ਰਿਹਾ, ਇਹਦੇ ਤੇ ਇੱਕ ਛੋਟੀ ਜੀ ਵਿਆਖਿਆ ਦੇ ਦਿਓ। ਰੰਧਾਵਾ ਸਾਹਿਬ, ਜਿਹੜਾ ਲਾਅ ਕਮਿਸ਼ਨ ਦੀ ਸਿਫਾਰਿਸ਼ਾਂ ਆਈਆਂ ਨੇ ਉਹਦੇ ਵਿੱਚ ਉਹ ਸੁਪਰੀਮ ਕੋਰਟ ਦੇ ਉਸ ਫੈਸਲੇ ਦੇ ਜਿਹਨੂੰ ਆਪਾਂ ਕਹੀਏ ਉਲਟ ਨੇ, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਤਾਂ 124 ਨੂੰ ਹਟਾਤਾ ਸੀ, ਜਿਹਦੇ ਰਾਹੀਂ ਮਤਲਬ ਜਿਹੜੀ ਸਜ਼ਾਵਾਂ ਜਿਹੜੀਆਂ ਮਤਲਬ ਜ਼ਿਆਦਾ ਦਿੱਤੀਆਂ ਜਾ ਰਹੀਆਂ ਸੀਗੀਆਂ। ਹੁਣ ਇਹਦੇ ਵਿੱਚ ਇੱਕ ਦਿੱਕਤ ਆ ਰਹੀ ਸੀ ਕਿ ਜਾਂ ਤਾਂ ਸਜ਼ਾ ਸਿਰਫ 3 ਸਾਲ ਦੀ ਸੀ ਤੇ ਜਾਂ ਫਿਰ ਸਿੱਧੀ ਉਮਰ ਕੈਦ ਦੀ ਸੀ, ਵਿੱਚ ਵਿਚਾਲੇ ਕੋਈ ਕੁਝ ਨਹੀਂ ਸੀ। ਤਾਂ ਲਾਅ ਕਮਿਸ਼ਨ ਨੇ ਕਿਹਾ ਹੈ ਕਿ ਇਹਨੂੰ ਰੱਖੋ। ਇਹਦੇ ਵਿੱਚ ਉਹਨਾਂ ਨੇ ਜਿਹੜੀ ਸਿਫਾਰਿਸ਼ ਕੀਤੀ ਉਹ 7 ਸਾਲ ਪਲੱਸ ਜਿਹੜਾ ਜੁਰਮਾਨਾ ਲਗਾਉਣ ਦੀ ਕੀਤੀ ਹੈਗੀ ਹੈ। ਸਵਾਲ ਇੱਥੇ ਇਹ ਤਾਂ ਹੈ ਹੀ ਵੀ ਦੇਖੋ, ਸੈਡੀਸ਼ਨ ਕਾਨੂੰਨ ਤਾਂ ਕਿਸੇ ਵੀ ਕੰਟਰੀ ਵਾਸਤੇ ਜ਼ਰੂਰੀ ਹੁੰਦਾ ਹੀ ਹੈ। ਸਵਾਲ ਇਸ ਗੱਲ ਦਾ ਹੈਗਾ ਕਿ ਇਹਦਾ ਜਿਹੜਾ ਦੁਰਉਪਯੋਗ ਹੈ ਉਹ ਕਿਵੇਂ ਰੋਕਣਾ। ਮੈਨੂੰ ਲੱਗਦਾ ਹੈ ਲਾਅ ਕਮਿਸ਼ਨ ਨੇ ਉਸ ਤੇ ਕੁਝ ਨਹੀਂ ਬੋਲਿਆ। ਜਿਹੜੀ ਉੱਥੇ ਸੁਣਵਾਈ ਚੱਲ ਰਹੀ ਸੀ ਸੁਪਰੀਮ ਕੋਰਟ ਦੇ ਵਿੱਚ, ਉਹ ਇਸ ਗੱਲ ਦੇ ਉੱਤੇ ਚੱਲ ਰਹੀ ਸੀ ਵੀ ਹਰ ਚੀਜ਼ ਨੂੰ ਹੀ ਸੈਡੀਸ਼ਨ ਨਹੀਂ ਕਿਹਾ ਜਾ ਸਕਦਾ। ਜੇ ਮੰਨ ਲਓ ਕੋਈ ਸਰਕਾਰ ਦਾ ਵਿਰੋਧ ਕਰ ਰਿਹਾ ਹੈ ਤਾਂ ਉਹ ਦੇਸ਼ ਦਾ ਵਿਰੋਧ ਨਹੀਂ ਕਰ ਰਿਹਾ, ਉਹ ਸਰਕਾਰ ਦਾ ਵਿਰੋਧ ਕਰ ਰਿਹਾ, ਤਾਂ ਸਰਕਾਰ ਦੇਸ਼ ਨਹੀਂ ਹੁੰਦੀ। ਸੋ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ। ਮੈਨੂੰ ਲੱਗਦਾ ਕਿ ਜੇ ਲਾਅ ਕਮਿਸ਼ਨ ਇਸ ਤੇ ਵੀ ਅਗਰ ਆਪਣੀਆਂ ਟਿੱਪਣੀਆਂ ਦਿੰਦੇ ਤਾਂ ਜ਼ਿਆਦਾ ਬੈਟਰ ਹੋਣਾ ਸੀ ਕੰਟਰੀ ਵਾਸਤੇ। ਅਦਰਵਾਈਜ਼ ਆਪਾਂ ਦੇਖੋ ਪਿਛਲੇ ਟਾਈਮ 'ਚ ਖਾਸ ਤੌਰ ਤੇ ਜਿਹੜੀ ਬੀਜੇਪੀ ਦੀ ਸਰਕਾਰ ਇਸ ਟਾਈਮ ਗਵਰਨਮੈਂਟ ਆਫ ਇੰਡੀਆ 'ਚ ਹੈ ਦੇ ਰੂਲ ਕਰ ਰਹੀ ਹੈ, ਉਹਦੇ ਵਿੱਚ ਇਹ ਬਹੁਤ ਚੀਜ਼ਾਂ ਵਾਰੀ ਦੇਖਣ ਨੂੰ ਆਇਆ ਹੈ ਕਿ ਬਹੁਤ ਛੋਟੀਆਂ ਚੀਜ਼ਾਂ ਤੇ ਮਤਲਬ ਜਿਹੜਾ ਦੇਸ਼ ਦੋ ਕਾਨੂੰਨ ਲਗਾ ਕੇ ਮਤਲਬ ਉਹ ਬੰਦਿਆਂ ਨੂੰ ਅੰਦਰ ਕੀਤਾ ਜਾ ਰਿਹਾ, ਤਾਂ ਫਿਰ ਸਾਲੋ ਸਾਲ ਉਹਨਾਂ ਦੀਆਂ ਜ਼ਮਾਨਤਾਂ ਤੱਕ ਨਹੀਂ ਹੁੰਦੀਆਂ। ਸੋ ਇਸ ਤੇ ਮੈਨੂੰ ਲੱਗਦਾ ਕਿ ਥੋੜਾ ਜਿਹਾ ਹੋਰ ਵਿਸਤ੍ਰਿਤ ਚਰਚਾ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਕੋਈ ਮਤਲਬ ਜਿਹੜੀ ਹੈਗੀ ਹੈ ਉਹ ਕੋਈ ਲਾਅ ਕਮਿਸ਼ਨ ਨੂੰ ਕੋਈ ਮਤਲਬ ਟਿੱਪਣੀ ਕਰਨੀ ਚਾਹੀਦੀ ਹੈ। ਭਾਸਕਰ ਸਾਹਿਬ, ਅੰਗਰੇਜ਼ਾਂ ਦੇ ਵੇਲੇ ਤੇ ਕਾਨੂੰਨ ਨੂੰ ਇਹ ਕਹਿੰਦਿਆਂ ਸੁਪਰੀਮ ਕੋਰਟ ਨੇ ਉਹ ਰੋਕ ਲਿਆ ਸੀਗਾ ਕਿ ਹੁਣ ਇਹਦੇ ਤਹਿਤ ਸੂਬੇ ਕੋਈ ਵੀ ਕੇਸ ਦਰਜ ਨਾ ਕਰਨ। ਹੁਣ ਉਹਦੀ ਦੁਬਾਰਾ ਜਦੋਂ ਨਜ਼ਰਸਾਨੀ ਹੋਊਗੀ ਤਾਂ ਲਾਅ ਕਮਿਸ਼ਨ ਦੀਆਂ ਰਿਕਮੈਂਡੇਸ਼ਨਸ ਦੇ ਨਜ਼ਰੀਏ ਤੋਂ ਸੁਪਰੀਮ ਕੋਰਟ ਇਹਦੇ ਵਿੱਚ ਇਜ਼ਾਫਾ ਕੀ ਕਰ ਸਕਦੀ ਹੈ? ਤੁਹਾਨੂੰ ਲੱਗਦਾ ਕਿ ਇਹਨੂੰ ਰੀਇਨਸਟੇਟ ਕੀਤਾ ਜਾਊਗਾ, ਇਹ ਫਿਰ ਲਾਗੂ ਹੋ ਜਾਊਗਾ ਔਰ ਇਹ ਸਰਕਾਰਾਂ ਇਹਨੂੰ ਅਕਸਰ ਹਥਿਆਰ ਵਾਂਗ ਹੀ ਵਰਤਣਾ ਸ਼ੁਰੂ ਕਰਨਗੀਆਂ ਜਿਵੇਂ ਵਰਤਦੀਆਂ ਰਹੀਆਂ? ਇਹ ਲਾਅ ਕਮਿਸ਼ਨ ਦੀ ਰਿਕਮੈਂਡੇਸ਼ਨ ਇਸ ਕਰਕੇ ਆਈ ਹੈ ਕਿ ਮਈ 11 2022 ਨੂੰ ਸੁਪਰੀਮ ਕੋਰਟ ਨੇ 124A ਯਾਨੀ ਸੈਡੀਸ਼ਨ ਦੇ ਕੇਸਿਸ ਦੇ ਰਜਿਸਟਰਡ ਕਰਨ ਵਾਸਤੇ ਵੀ ਸਾਰੇ ਸੂਬਿਆਂ ਨੂੰ ਮਨਾ ਕਰਤਾ ਸੀ, ਔਰ ਜਿਹੜੇ ਰਜਿਸਟਰਡ ਸੀਗੇ ਉਹਦੇ ਵਿੱਚ ਵੀ ਰਿਲੀਫ ਦੇਣਾ ਸ਼ੁਰੂ ਕਰਤਾ ਸੀ। ਔਰ ਸਰਕਾਰ, ਖਾਸ ਕਰਕੇ ਕੇਂਦਰ ਸਰਕਾਰ ਨੂੰ ਇਹ ਗੱਲ ਪੁੱਛੀ ਸੀ ਕਿ ਤੁਹਾਡਾ ਇਸ ਮੁੱਦੇ ਦੇ ਉੱਤੇ ਕੀ ਰੁਖ ਹੈ। ਉਹਨਾਂ ਨੇ ਕਿਹਾ ਸੀ ਅਸੀਂ ਬੜੀ ਛੇਤੀ ਇਹਦੇ ਉੱਤੇ ਕੁਝ ਲੈ ਕੇ ਆਵਾਂਗੇ, ਯਾਨੀ ਪਾਰਲੀਮੈਂਟ ਦੇ ਵਿੱਚ ਇਸ ਕਾਨੂੰਨ ਨੂੰ ਚੇਂਜ ਕਰਨਾ, ਰੱਦ ਕਰਨਾ ਹੈ ਜਾਂ ਇਸ ਧਾਰਾ ਨੂੰ ਰੱਦ ਕਰਨਾ ਹੈ, ਉਹਦੇ ਬਾਰੇ 'ਚ ਗੱਲ ਕਰਾਂਗੇ। ਹੁਣ ਲਾਅ ਕਮਿਸ਼ਨ ਦੀ ਇਸ ਰਿਕਮੈਂਡੇਸ਼ਨ ਤੋਂ ਬਾਅਦ ਸਰਕਾਰ ਆਪਣੇ ਆਪ ਵਿੱਚ, ਕਿਉਂਕਿ ਇਹ ਸਵਾਲ ਹੀ ਇਸ ਕਰਕੇ ਉੱਠਿਆ ਕਿ 2014 ਤੋਂ ਲੈ ਕੇ 2020 ਤੱਕ ਸੈਡੀਸ਼ਨ ਦੇ ਕੇਸਿਸ ਦੇ ਵਿੱਚ 28% बढ़ोतरी हुई, यानी ज्यादा केसेस वध गए। और ਉਹਦੇ ਵਿੱਚੋਂ ਜਿਹੜੇ 12 ਕੇਸਿਸ ਸੀਗੇ ਉਹ ਤੇ ਕੋਵਿਡ ਦੇ ਟਾਈਮ ਹੋਏ ਸੀ। ਕੋਵਿਡ ਦੇ ਨੌਨ ਨੂੰ ਤੁਹਾਨੂੰ ਯਾਦ ਹੋਏਗਾ ਕਿਹੜੇ ਸੀਗੇ, ਨਿਜ਼ਾਮੂਦੀਨ ਦੇ ਕੋਲ ਦਿੱਲੀ ਦੇ ਵਿੱਚ, ਉੱਥੇ ਵੀ ਸੈਡੀਸ਼ਨ ਦੇ ਵੀ ਕੇਸ ਪਾ ਦਿੱਤੇ ਗਏ ਸੀਗੇ ਔਰ 21 ਕੇਸ ਤੇ ਪੱਤਰਕਾਰਾਂ ਦੇ ਖਿਲਾਫ ਹੀ ਹੋਏ ਸੀਗੇ। ਯਾਨੀ ਉਹ ਪੱਤਰਕਾਰਾਂ ਦੇ ਖਿਲਾਫ ਹੋਏ ਕੇਸਾਂ ਦੇ ਵਿੱਚ ਬਹੁਤ ਸਾਰੇ ਕੇਸਿਸ ਦੇ ਵਿੱਚ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਤੋਂ ਬਾਅਦ ਹੀ ਰਿਲੀਫ ਮਿਲਿਆ ਔਰ ਸੈਡੀਸ਼ਨ ਲਾਅ ਦਾ ਦੁਰਉਪਯੋਗ ਕੀਤਾ ਜਾ ਰਿਹਾ ਸੀ। ਇਹ ਗੱਲ ਬੜੀ ਹਾਈਲਾਈਟ ਹੋਈ ਔਰ ਲੋਕਾਂ ਦੇ ਮਨਾਂ ਦੇ ਵਿੱਚ ਵੀ ਗਈ। ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਮਈ 11 ਨੂੰ ਉਹ ਫੈਸਲਾ ਦਿੱਤਾ ਸੀ। ਹੁਣ ਇਸ ਰਿਕਮੈਂਡੇਸ਼ਨ ਤੋਂ ਬਾਅਦ ਸਰਕਾਰ ਕੀ ਫੈਸਲਾ ਲੈਂਦੀ ਹੈ, ਕੇਂਦਰ ਦੀ ਸਰਕਾਰ ਕੀ ਫੈਸਲਾ ਲੈਂਦੀ ਹੈ, ਕਿਉਂਕਿ ਜਿਹੜਾ ਸੈਡੀਸ਼ਨ ਲਾਅ 124A ਉਹਦੇ ਵਿੱਚ ਸਜ਼ਾ ਦੇ ਪ੍ਰੋਵੀਜ਼ਨ ਦੀ ਗੱਲ ਕਰੀਏ ਤੇ ਫਿਲਹਾਲ 3 ਸਾਲ ਦੀ ਹੈ ਔਰ 3 ਸਾਲ ਤੋਂ ਬਾਅਦ ਸਿੱਧਾ ਉਮਰ ਕੈਦ ਹੈ। ਵਿੱਚ 3 ਸਾਲ ਤੱਕ ਕਿਸੇ ਵੀ ਤਰੀਕੇ ਦਾ ਰਿਲੀਫ ਨਹੀਂ ਮਿਲ ਸਕਦਾ ਸੀ। ਹੁਣ ਲਾਅ ਕਮਿਸ਼ਨ ਨੇ ਰਿਕਮੈਂਡ ਕੀਤਾ ਕਿ 3 ਸਾਲ ਦੀ ਮਿਨੀਮਮ ਸਜ਼ਾ ਨੂੰ ਵਧਾ ਕੇ 7 ਸਾਲ ਕਰ ਦਿੱਤਾ ਜਾਏ ਔਰ ਫਿਰ ਉਮਰ ਕੈਦ ਦੀ ਸਜ਼ਾ ਤੇ ਹੈ ਹੀ ਆ, ਪੈਨਲਟੀ ਦੀ ਪ੍ਰੋਵੀਜ਼ਨ। ਔਰ ਇਹ ਵੀ ਕਿਹਾ ਇਹਦੇ ਵਿੱਚ ਲਾਅ ਕਮਿਸ਼ਨ ਨੇ ਕਿ ਡੀਐਸਪੀ ਸਤਰ ਦੇ ਅਫਸਰ ਇਹਦੀ ਇਨਕੁਆਇਰੀ ਕਰਨ, ਉਸ ਤੋਂ ਬਾਅਦ ਹੀ ਇਹ ਕੇਸ ਰੱਦ ਹੋਏ। ਇਹ ਸਾਰੀ ਜਿਹੜੀ ਪ੍ਰੋਵੀਜ਼ਨਸ ਰੱਖੇ ਨੇ ਕਿ ਇਹ ਕਾਫੀ ਹੈ ਇਸ ਲਾਅ ਦੇ ਦੁਰਉਪਯੋਗ ਨੂੰ ਰੋਕਣ ਵਾਸਤੇ। ਇਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਹਜੇ ਬਹਿਸ ਚੱਲੇਗੀ ਔਰ ਅੱਗੇ ਚੱਲ ਕੇ ਸਰਕਾਰ ਵੀ ਇਸ ਮੁੱਦੇ ਦੇ ਉੱਤੇ ਇੱਕ ਡਿਬੇਟ ਕਹੋ ਜਾਂ ਨੈਸ਼ਨਲ ਡਿਬੇਟ ਕਹੋ, ਉਹ ਚੱਲਣੀ ਹਜੇ ਬਾਕੀ ਹੈ। ਇਹਦਾ ਮਤਲਬ ਹੈ ਕਿ ਫਿਲਹਾਲ ਸੁਪਰੀਮ ਕੋਰਟ ਦਾ ਉਹ 2022 ਵਾਲਾ ਫੈਸਲਾ ਲਾਗੂ ਰਹੇਗਾ, ਨਵੇਂ ਕੇਸ ਇਹਦੇ ਤਹਿਤ ਰਜਿਸਟਰਡ ਅਜੇ ਨਹੀਂ ਹੋਣਗੇ ਔਰ ਜਿਹੜੀ ਅੱਗੇ ਜਾ ਕੇ ਇਹ ਪਾਰਲੀਮੈਂਟ ਦੇ ਵਿੱਚੋਂ ਕੋਈ ਸੋਧ ਆਉਂਦੀ ਆ ਉਹਨੂੰ ਹੀ ਪ੍ਰਵਾਨ ਮੰਨਿਆ ਜਾਊਗਾ। ਇਹਦੇ ਅਰਥ ਤਾਂ ਮੋਟੇ ਤੌਰ ਤੇ ਇਹੀ ਸਮਝੇ ਜਾ ਸਕਦੇ ਆ। ਫਿਰ ਵੀ ਜੇਕਰ ਫਰਦਰ ਡਿਬੇਟ ਦੀ ਲੋੜ ਹੋਈ ਤੇ ਅਸੀਂ ਇਹਨੂੰ ਲੈ ਕੇ ਆਵਾਂਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ, ਥੈਂਕ ਯੂ।